ਕਿਰਤ ਬਾਰੇ ਅਸੀਂ ਇਹ ਗੱਲਾਂ ਕੀਤੀਆਂ। ਅਸੀਂ ਦੇਖਾਂਗੇ ਕਿ ਕਿਰਤ ਜਿਹੜੀ ਹੈਗੀ ਹੈ ਨਾ, ਉਹ ਆਦਿ ਕਾਲ ਤੋਂ ਚੱਲਦੀ ਆ ਰਹੀ ਹੈ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਰਤ ਦੇ ਉੱਪਰ ਇੰਨਾ ਜ਼ੋਰ ਕਿਉਂ ਦਿੱਤਾ? ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਲੋਕ ਕਿਰਤ ਕਰਦੇ ਆ ਰਹੇ ਸੀਗੇ, ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਲੋਕ ਕਿਰਤ ਕਰ ਰਹੇ ਸੀਗੇ, ਤੇ ਇਸ ਸਿਧਾਂਤ ਦੇ ਉੱਪਰ ਇੰਨਾ ਜ਼ੋਰ ਦੇਣ ਦੀ ਲੋੜ ਕਿਉਂ ਮਹਿਸੂਸ ਹੋਈ? ਜਦੋਂ ਅਸੀਂ ਇਸ ਸਵਾਲ ਨੂੰ ਲੱਭਾਂਗੇ ਤਾਂ ਅਸੀਂ ਦੇਖਾਂਗੇ ਕਿ ਜਿਹੜੇ ਉਸ ਸਮੇਂ ਦੇ ਵਿੱਚ ਪ੍ਰਚਲਿਤ ਧਾਰਮਿਕ ਪਰੰਪਰਾਵਾਂ ਸੀਗੀਆਂ, ਜਿਨ੍ਹਾਂ ਦੇ ਵਿੱਚ ਜੈਨ ਮਤ, ਬੌਧ ਮਤ, ਯੋਗ ਮਤ ਤੇ ਹਿੰਦੂ ਮਤ, ਸਾਡੇ ਭਾਰਤ ਦੇ ਲੋਕਾਂ ਦੇ ਉੱਪਰ ਇਹਨਾਂ ਮਤਾਂ ਦਾ, ਇਹਨਾਂ ਦੀ ਵਿਚਾਰਧਾਰਾਵਾਂ ਦਾ ਇੱਕ ਬਹੁਤ ਵੱਡਾ ਪ੍ਰਭਾਵ ਸੀਗਾ। ਪਰ ਇਹਨਾਂ ਮਤਾਂ ਦੇ ਵਿੱਚ ਜੋ ਇੱਕ ਖਾਸ ਤੁਸੀਂ ਵਿਸ਼ੇਸ਼ਤਾ ਕਹਿ ਲਓ ਜਾਂ ਇੱਕ ਖਾਸ ਲਿਮਿਟੇਸ਼ਨ ਕਹਿ ਲਓ ਕਿ ਇਹ ਮਤ ਦੁਨੀਆ ਨੂੰ ਤੇ ਅਧਿਆਤਮਿਕਤਾ ਨੂੰ ਤੋੜ ਕੇ ਵੇਖਦੇ ਸੀਗੇ ਕਿ ਜੋ ਦੁਨਿਆਵੀ ਜੀਵਨ ਹੈਗਾ, ਦੁਨਿਆਵੀ ਜੀਵਨ ਜਿਉਣ ਵਾਲਾ ਵਿਅਕਤੀ ਅਧਿਆਤਮਿਕ ਤਰੱਕੀ ਪ੍ਰਾਪਤ ਨਹੀਂ ਕਰ ਸਕਦਾ। ਕਿਉਂ ਨਹੀਂ ਪ੍ਰਾਪਤ ਕਰ ਸਕਦਾ? ਕਿਉਂਕਿ ਜੋ ਵਿਅਕਤੀ ਅਧਿਆਤਮਿਕ ਤਰੱਕੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹਦਾ ਮਾਇਆ ਤੋਂ ਨਿਰਲੇਪ ਹੋਣਾ ਜ਼ਰੂਰੀ ਹੈ। ਤੇ ਦੁਨਿਆਵੀ ਜੀਵਨ ਜਿਉਂਦੇ ਹੋਏ ਅਸੀਂ ਮਾਇਆ ਤੋਂ ਨਿਰਲੇਪ ਕਿਵੇਂ ਹੋ ਸਕਦੇ ਹਾਂ? ਇਹ ਉਹਨਾਂ ਸਾਹਮਣੇ ਇੱਕ ਵੱਡਾ ਸਵਾਲ ਸੀ। ਇਸ ਕਰਕੇ ਉਸ ਸਮੇਂ ਦੇ ਵਿੱਚ ਜੋ ਲੋਕ ਸੀਗੇ ਉਹ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਲਈ ਸਮਾਜ ਨੂੰ ਛੱਡ ਦਿੰਦੇ ਸੀਗੇ ਤੇ ਜੰਗਲਾਂ ਵਿੱਚ ਜਾਂ ਪਹਾੜਾਂ ਦੇ ਵਿੱਚ ਚਲੇ ਜਾਂਦੇ ਸੀਗੇ ਤੇ ਉੱਥੇ ਜਾ ਕੇ ਆਪਣੀ ਭਗਤੀ, ਸਾਧਨਾ ਜਾਂ ਆਪਣੀ ਅਧਿਆਤਮਿਕ ਜੀਵਨ ਦੀ ਉન્નਤੀ ਲਈ ਕਾਰਜ ਕਰਦੇ ਸੀਗੇ। ਜਦੋਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਇਆ, ਪ੍ਰਕਾਸ਼ ਹੋਣ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਦੀ ਜਿਹੜੀ ਧਾਰਮਿਕ ਤੇ ਸਮਾਜਿਕ ਸਥਿਤੀ ਦਾ ਉਹਨੂੰ ਇਵੈਲੂਏਟ ਕੀਤਾ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਡੇ ਦੇਸ਼ ਦੀ, ਸਾਡੇ ਲੋਕਾਂ ਦੀ ਤਰੱਕੀ ਉਹਨਾਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਅਸੀਂ ਲੋਕਾਂ ਨੂੰ ਸਮਾਜ ਦੇ ਨਾਲ ਨਾ ਜੋੜੀਏ। ਸਮਾਜ ਦੇ ਨਾਲ ਜੋੜ ਕੇ ਹੀ ਸਾਡਾ ਸਮਾਜ ਜਿਹੜਾ ਹੈਗਾ ਉਹ ਅੱਗੇ ਵੱਧ ਸਕਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਗ੍ਰਸਥ ਜੀਵਨ ਨੂੰ ਪ੍ਰਧਾਨਤਾ ਦਿੱਤੀ। ਗ੍ਰਸਥ ਜੀਵਨ ਤੋਂ ਭਾਵ ਹੈ ਕਿ ਸਮਾਜ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ, ਗ੍ਰਸਥੀ ਦੇ ਵਿੱਚ ਰਹਿ ਕੇ ਵੀ ਤੁਸੀਂ ਉਸ ਅਲਟੀਮੇਟ ਏਮ ਦੀ ਪ੍ਰਾਪਤੀ ਕਰ ਸਕਦੇ ਹੋ। ਅਸੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਵੇਖਦੇ ਹਾਂ, ਉੱਥੇ ਅਸੀਂ ਵੇਖਦੇ ਹਾਂ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਡਾਇਲੋਗ ਹੁੰਦਾ ਹੈ ਨਾ, ਉਹ ਬੇਸ਼ੱਕ ਸਿੱਧਾਂ ਨਾਲ ਹੋ ਰਿਹਾ ਹੈ, ਉਹ ਬੇਸ਼ੱਕ ਜੋਗੀਆਂ ਦੇ ਨਾਲ ਹੋ ਰਿਹਾ ਹੈ, ਉਹ ਬੇਸ਼ੱਕ ਬੋਧੀਆਂ ਦੇ ਨਾਲ ਹੋ ਰਿਹਾ ਹੈ, ਉੱਥੇ ਜੋ ਵੱਡਾ ਕੁਐਸਚਨ ਉਹਨਾਂ ਦੇ ਸਾਹਮਣੇ ਹੈਗਾ ਉਹ ਇਹੀ ਕੁਐਸਚਨ ਹੈ ਕਿ ਤੁਸੀਂ ਗ੍ਰਸਥੀ ਹੋ ਕੇ, ਤੁਸੀਂ ਦੁਨਿਆਵੀ ਹੋ ਕੇ ਤੁਸੀਂ ਧਰਮ ਦਾ ਗਿਆਨ ਕਿਵੇਂ ਪ੍ਰਾਪਤ ਕਰ ਸਕਦੇ ਹੋ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੇਰੇ ਰਸਤੇ ਦੀ ਵਿਸ਼ੇਸ਼ਤਾ ਹੀ ਹੈਗੀ ਹੈ ਕਿ ਮੈਂ ਲੋਕਾਂ ਨੂੰ ਸਮਾਜ ਨਾਲ ਜੋੜ ਕੇ ਉਹਨਾਂ ਨੂੰ ਧਰਮ ਦੇ ਰਸਤੇ ਉੱਪਰ ਤੋਰੂੰਗਾ। ਠੀਕ ਹੈ, ਜਦੋਂ ਸੁਮੇਰ ਪਰਬਤ ਤੇ ਜਾਂਦੇ ਆ ਤੇ ਸਿੱਧ ਕਹਿੰਦੇ ਆ ਕਿ ਤੁਸੀਂ ਕਿਵੇਂ ਪ੍ਰਾਪਤ ਕੀਤਾ? ਉਹ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਨਿਚੇਲਾ, ਕਿ ਮੈਂ ਸ਼ਬਦ ਨੂੰ ਗੁਰੂ ਮੰਨਦਾ ਤੇ ਮੇਰੀ ਸੁਰਤ ਜਿਹੜੀ ਹੈਗੀ ਉਹਦੇ ਪਿੱਛੇ ਚੱਲ ਕੇ ਗਿਆਨ ਦੀ ਪ੍ਰਾਪਤੀ ਕਰਦੀ ਹੈ। ਉੱਥੇ ਸਿੱਧਾਂ ਨੂੰ ਵੀ ਕੀ ਕਹਿੰਦੇ ਆ? ਸਿੱਧ ਚੜ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰ, ਕਿ ਜਿਹੜੇ ਗਿਆਨਵਾਨ ਮਨੁੱਖ ਸੀਗੇ, ਜਿਨ੍ਹਾਂ ਨੇ ਗਿਆਨ ਹਾਸਲ ਕੀਤਾ, ਤਪੱਸਿਆਵਾਂ ਕੀਤੀਆਂ, ਸਾਧਨਾਵਾਂ ਕੀਤੀਆਂ, ਉਹ ਤਾਂ ਖੁਦ ਚੜ ਕੇ ਪਰਬਤਾਂ ਤੇ ਬਹਿ ਗਏ। ਤੇ ਜਿਹੜੇ ਆਮ ਲੋਕਾਂ ਨੂੰ ਗਿਆਨ ਦੇਣਾ ਸੀਗਾ, ਉਹਨਾਂ ਵਾਸਤੇ ਗਿਆਨ ਦੇਣ ਲਈ ਕੋਈ ਮਨੁੱਖ ਥੱਲੇ ਨਹੀਂ ਰਿਹਾ। ਇਸ ਕਰਕੇ ਗਿਆਨਵਾਨ ਮਨੁੱਖ ਦਾ ਹੱਕ ਹੈ ਕਿ ਉਹ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਲਈ ਕੰਮ ਕਰੇ। ਇਸ ਲਈ ਜਿਹੜੀ ਕਿਰਤ ਦਾ ਸਿਧਾਂਤ ਹੈਗਾ, ਭਾਰਤੀ ਇਤਿਹਾਸਿਕ ਪਰੰਪਰਾ ਦੇ ਵਿੱਚ ਪਹਿਲੀ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਾਬਤ ਕੀਤੀ ਕਿ ਇੱਕ ਕਿਰਤੀ ਮਨੁੱਖ ਜਿਹੜਾ ਹੈਗਾ ਉਹ ਸੱਚੇ ਮਾਇਨਾ ਦੇ ਵਿੱਚ ਧਰਮੀ ਮਨੁੱਖ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵਾਲੇ ਜਿਹੜੇ ਧਾਰਮਿਕ ਪਰੰਪਰਾਵਾਂ ਸੀਗੀਆਂ ਉਹ ਕਹਿੰਦੇ ਸੀ ਕਿ ਮਾਇਆ ਦੇ ਵਿੱਚ ਲਿਪਤ ਲੋਕ ਨੇ ਤੇ ਮਾਇਆ ਦੇ ਵਿੱਚ ਲਿਪਤ ਲੋਕ ਜਿਹੜੇ ਹੈ ਨੀਵੇਂ ਦਰਜੇ ਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਆ ਪਾਏ, ਕਿ ਜਿਹੜੇ ਖੁਦ ਗੁਰੂ ਪੀਰ ਸਦਾ ਕੇ ਲੋਕਾਂ ਦੇ ਘਰ ਵਿੱਚ ਮੰਗਣ ਲਈ ਜਾਂਦੇ ਨੇ ਉਹ ਤੁਹਾਡੇ ਨਾਲੋਂ ਬਿਹਤਰ ਕਿਵੇਂ ਹੋ ਸਕਦੇ ਨੇ? ਹੋਏ ਅਤੀਤ ਗ੍ਰਸਥ ਤਜ ਉਨਹੀ ਕੇ ਘਰ ਮੰਗਣ ਜਾਈ। ਜੋਗੀਆਂ ਨੂੰ ਕਹਿੰਦੇ ਆ ਕਿ ਤੁਸੀਂ ਖੁਦ ਤਾਂ ਕਹਿੰਦੇ ਕਿ ਅਸੀਂ ਅਤੀਤ ਹੋ ਗਏ। ਅਤੀਤ ਹੋਣ ਤੋਂ ਭਾਵ ਹੈ ਅਸੀਂ ਗ੍ਰਸਥੀ ਜੀਵਨ ਤੋਂ ਪਾਸੇ ਹੋ ਗਏ, ਮਾਇਆ ਤੋਂ ਪਾਸੇ ਹੋ ਗਏ, ਪਰ ਤੁਸੀਂ ਆਪਣੀ ਸ਼ਾਰੀਰਿਕ ਲੋੜਾਂ ਲਈ ਉਹਨਾਂ ਲੋਕਾਂ ਦੇ ਘਰੇ ਹੀ ਮੰਗਣ ਵਾਸਤੇ ਜਾਂਦੇ ਹੋ, ਤਾਂ ਦੱਸੋ ਕਿ ਤੁਸੀਂ ਉਹਨਾਂ ਨਾਲੋਂ ਬਿਹਤਰ ਕਿਵੇਂ ਹੋ ਗਏ? ਇਸ ਕਰਕੇ ਜਿਹੜੀ ਕਿਰਤੀ ਜੀਵਨ ਦੀ ਮਹਾਨਤਾ ਹੈਗੀ ਆ ਉਹ ਸਿੱਖ ਧਰਮ ਦੇ ਵਿੱਚ ਦਰੜਾਈ ਗਈ ਤੇ ਇਹਦਾ ਸਿਹਰਾ ਗੁਰੂ ਨਾਨਕ ਪਾਤਸ਼ਾਹ ਨੂੰ ਜਾਂਦਾ ਹੈ ਕਿ ਉਹਨਾਂ ਨੇ ਕਿਰਤੀਆਂ ਦੀ ਜਮਾਤ ਸਾਜੀ। ਹੁਣ ਕਿਰਤੀਆਂ ਦੀ ਜਮਾਤ ਸਾਜਣ ਦੇ ਲਈ, ਲੋਕਾਂ ਦੇ ਵਿੱਚ ਕਿਰਤ ਦੀ ਮਹਾਨਤਾ ਨੂੰ ਪ੍ਰਗਟ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਨੂੰ ਇੱਕ ਵੱਡੇ ਨੈਰੇਟਿਵ ਦੀ ਵੀ ਲੋੜ ਸੀਗੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਨੈਰੇਟਿਵ ਆਪਣੇ ਅਨੁਭਵ ਵਿੱਚੋਂ ਪ੍ਰਕਾਸ਼ ਕੀਤਾ, ਸਾਨੂੰ ਦੱਸਿਆ। ਉਹ ਨੈਰੇਟਿਵ ਕੀ ਹੈਗਾ? ਉਹ ਨੈਰੇਟਿਵ ਹੈਗਾ ਅਕਾਲ ਪੁਰਖ ਦਾ। ਗੁਰੂ ਨਾਨਕ ਪਾਤਸ਼ਾਹ ਮੂਲ ਮੰਤਰ ਦੇ ਵਿੱਚ ਕੀ ਕਹਿੰਦੇ ਆ? ਇੱਕ ਓਮਕਾਰ ਸਤਨਾਮ ਕਰਤਾ ਪੁਰਖ।
ਅਕਾਲ ਪੁਰਖ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਹੈਗੀ ਹੈ ਕਿ ਉਹ ਕਰਤਾ ਹੈਗਾ। ਕਰਤਾ ਮਤਲਬ ਕਰਨ ਵਾਲਾ, ਕਿਰਤ ਕਰਨ ਵਾਲਾ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਵਿੱਚ ਜੋ ਸਿੱਖ ਸਲੈਕੂਸ਼ਨ ਸੀਗਾ, ਜੋ ਸਿੱਖ ਫਤਿਹ ਬੁਲਾਉਂਦੇ ਸੀ ਕਿ ਕਹਿੰਦੇ ਸਤ ਕਰਤਾ, ਮਤਲਬ ਕਿ ਜੋ ਰਚਨਾ ਕਰਨ ਵਾਲਾ ਹੈਗਾ ਉਹ ਸੱਚ ਹੈਗਾ। ਕਰਤਾ ਪੁਰਖ ਮਤਲਬ ਜੋ ਦੁਨੀਆ ਬਣਾ ਕੇ ਇਹਦੇ ਵਿੱਚ ਸਮਾਇਆ ਹੋਇਆ ਹੈਗਾ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੂੰ ਕਰਤੇ ਦੇ ਰੂਪ ਦੇ ਵਿੱਚ ਸਿਮਰਿਆ, ਮਤਲਬ ਉਹ ਕਾਰਜ ਕਰਨ ਵਾਲਾ ਹੈ। ਤੇ ਉਸ ਕਰਤਾ ਪੁਰਖ ਦੀ ਪੂਜਾ ਕਰਨ ਵਾਲਾ ਸਿੱਖ ਨਿਕੰਮਾ ਕਿਵੇਂ ਹੋ ਸਕਦਾ ਹੈ, ਨਖੱਟੂ ਕਿਵੇਂ ਹੋ ਸਕਦਾ ਹੈ, ਕਿਰਤ ਨਾਲ ਟੁੱਟਿਆ ਹੋਇਆ ਕਿਵੇਂ ਹੋ ਸਕਦਾ ਹੈ। ਇਸ ਕਰਕੇ ਅਕਾਲ ਪੁਰਖ ਦੇ ਸੰਕਲਪ ਦੇ ਮਾਧਿਅਮ ਰਾਹੀਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਰਤ ਦੇ ਨਾਲ ਜੋੜਿਆ ਤੇ ਦੱਸਿਆ ਕਿ ਸਾਡਾ ਕਰਤਾ ਪੁਰਖ ਕਿਰਤ ਕਰਨ ਵਾਲਾ ਹੈ, ਕਿ ਸਾਨੂੰ ਵੀ ਜਿਹੜਾ ਹੈ ਕਿਰਤ ਨਾਲ ਜੁੜ ਕੇ ਇੱਕ ਚੰਗੇ ਜੀਵਨ ਦੀ ਜਿਹੜੀ ਹੈ ਸਿਰਜਣਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਵੇਖਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਖੁਦ ਆਪਣੇ ਜੀਵਨ ਦੇ ਵਿੱਚ ਖੇਤੀਬਾੜੀ ਵੀ ਕੀਤੀ, ਵਪਾਰ ਵੀ ਕੀਤਾ ਤੇ ਚਾਕਰੀ ਵੀ ਕੀਤੀ, ਨੌਕਰੀ ਵੀ ਕੀਤੀ। ਮੋਦੀ ਖਾਣੇ ਵੇਖਿਆ ਉਹਨਾਂ ਨੇ ਨੌਕਰੀ ਕੀਤੀ। ਕਰਤਾਰਪੁਰ ਸਾਹਿਬ 18 ਸਾਲ ਤੋਂ ਵੱਧ ਸਮਾਂ ਉਹਨਾਂ ਨੇ ਖੇਤੀਬਾੜੀ ਦੇ ਵਿੱਚ ਕੀਤਾ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਨੇ ਜੋ ਉਹਨਾਂ ਨੂੰ ਬਿਜ਼ਨਸ ਕਰਨ ਲਈ ਮਾੜੀ ਮੋਟੀ ਮਾਇਆ ਦਿੱਤੀ ਸੀ, ਉਹ ਮਾਇਆ ਦਾ ਉਹ ਬਿਜ਼ਨਸ ਦਾ ਕਾਰਜ ਵੀ ਉਹਨਾਂ ਵੱਲੋਂ ਕੀਤਾ ਗਿਆ। ਤੇ ਯਾਨੀ ਕਹਿਣ ਤੋਂ ਭਾਵ ਕੀ ਹੈ, ਗੁਰੂ ਨਾਨਕ ਪਾਤਸ਼ਾਹ ਖੁਦ ਆਪਣੇ ਜੀਵਨ ਦੇ ਵਿੱਚ ਕਿਰਤ ਦੇ ਮਾਧਿਅਮ ਰਾਹੀਂ ਸਾਨੂੰ ਅਕਾਲ ਪੁਰਖ ਨਾਲ ਜੋੜਨਾ ਚਾਹੁੰਦੇ ਹੈਗੇ ਆ। ਅੱਗੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਜੇਠਾ ਜੀ ਦੀ ਸਾਖੀ ਆਉਂਦੀ ਹੈ, ਭਾਈ ਜੇਠਾ ਜੀ ਜੋ ਅਨਾਥ ਨੇ, ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਗੁਰੂ ਅਮਰਦਾਸ ਜੀ ਦੇ ਮਹਿਲ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਦੇ ਕਿ ਸਾਡੀ ਧੀ ਬੀਬੀ ਭਾਨੀ ਦੇ ਲਈ ਕੋਈ ਅਜਿਹਾ ਮਨੁੱਖ ਹੋਣਾ ਚਾਹੀਦਾ ਜੋ ਕਿਰਤੀ ਹੋਵੇ। ਤੇ ਗੁਰੂ ਅਮਰਦਾਸ ਜੀ ਭਾਈ ਜੇਠੇ ਵੱਲ ਦੇਖ ਕੇ ਕਹਿੰਦੇ ਕਿ ਇਹੋ ਜਿਹੇ ਵਰਗਾ ਤੇ ਇਹ ਆਪ ਹੀ ਹੈਗਾ, ਆਪਣੀ ਧੀ ਦਾ ਸਾਥ ਆਪਾਂ ਇਹਦੇ ਨਾਲ ਕਰ ਦਿੰਦੇ ਹੈਗੇ। ਮਤਲਬ ਕੀ ਹੈ, ਭਾਈ ਜੇਠਾ ਜੀ ਦੀ ਵੀ ਕਿਰਤ ਦਾ ਸਤਿਕਾਰ ਗੁਰੂ ਅਮਰਦਾਸ ਜੀ ਦੀ ਨਿਗਾਹ ਦੇ ਵਿੱਚ ਸੀਗਾ ਤੇ ਉਹਨਾਂ ਦੀ ਕਿਰਤ ਜਿਹੜੀ ਹੈ ਗੁਰੂ ਅਮਰਦਾਸ ਪਾਤਸ਼ਾਹ ਰਾਮਦਾਸ ਪਾਤਸ਼ਾਹ ਜੀ ਨੂੰ ਮੁੜ ਕੇ ਗੁਰਿਆਈ ਤੱਕ ਲੈ ਕੇ ਆਉਂਦੀ ਹੈ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਜੀ ਦੀ ਵੀ ਇੱਕ ਸਾਖੀ ਹੁੰਦੀ ਹੈ ਕਿ 10ਵੇਂ ਪਾਤਸ਼ਾਹ ਦਾ ਦੀਵਾਨ ਲੱਗਿਆ ਹੋਇਆ ਹੈਗਾ। ਸਜੇ ਹੋਏ ਦੀਵਾਨ ਦੇ ਵਿੱਚ 10ਵੇਂ ਪਾਤਸ਼ਾਹ ਇੱਛਾ ਪ੍ਰਗਟ ਕਰਦੇ ਕਿ ਜਲ ਛਕਣਾ ਹੈਗਾ। ਇੱਕ ਬਹੁਤ ਸੋਹਣਾ ਨੌਜਵਾਨ ਭੱਜ ਕੇ ਉੱਠਦਾ ਹੈ, ਜਾਂਦਾ ਹੈ, ਜਲ ਦਾ ਗਿਲਾਸ ਭਰਦਾ ਹੈ ਤੇ ਗੁਰੂ ਸਾਹਿਬ ਕੋਲੇ ਲੈ ਕੇ ਆਉਂਦਾ ਹੈ। ਤੇ ਗੁਰੂ ਸਾਹਿਬ ਜਦੋਂ ਜਲ ਗ੍ਰਹਿਣ ਕਰਦੇ ਆ, ਲੈਂਦੇ ਆ ਤੇ ਦੇਖਦੇ ਕਿ ਉਹਦੇ ਹੱਥ ਬੜੇ ਕੋਮਲ ਨੇ। ਕਹਿੰਦੇ ਨੌਜਵਾਨ ਤੇਰੇ ਹੱਥ ਨੇ ਕੋਮਲ ਕਿਉਂ ਨੇ? ਕਹਿੰਦਾ ਮਹਾਰਾਜ ਮੈਂ ਇੱਕ ਬਹੁਤ ਵੱਡੇ ਘਰ ਨੂੰ ਬਿਲੋਂਗ ਕਰਦਾ, ਘਰ ਦੇ ਵਿੱਚ ਨੌਕਰ ਚਾਕਰ ਹੈ, ਮੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਤੇ ਗੁਰੂ ਸਾਹਿਬ ਪਾਣੀ ਪੀਣ ਤੋਂ ਮਨਾ ਕਰ ਦਿੰਦੇ ਆ ਕਿ ਮੈਂ ਜੋ ਪਾਣੀ ਗ੍ਰਹਿਣ ਕਰੂੰਗਾ ਉਹ ਕਿਸੇ ਕਿਰਤੀ ਦੇ ਹੱਥਾਂ ਗ੍ਰਹਿਣ ਕਰੂੰਗਾ, ਵਿਹਲੇ ਰਹਿਣ ਵਾਲੇ ਲੋਕਾਂ ਦੇ ਹੱਥੋਂ ਖਾਦਾ ਪੀਤਾ ਜਿਹੜਾ ਹੈਗਾ ਉਹ ਮੈਨੂੰ ਪ੍ਰਵਾਨ ਨਹੀਂ ਹੈਗਾ। ਸਾਡੇ ਪਿੰਡੂ ਸੱਭਿਆਚਾਰ ਦੇ ਵਿੱਚ ਅਸੀਂ ਦੇਖਦੇ ਹਾਂ ਨਾ ਕਿ ਬਜ਼ੁਰਗਾਂ ਤੋਂ ਸੁਣਦੇ ਸੀਗੇ ਕਿ ਜਦੋਂ ਸਵੇਰੇ ਉੱਠਦੇ ਆ, ਸਵੇਰੇ ਉੱਠਦੇ ਸਾਰ ਜੇਕਰ ਤੁਹਾਡੇ ਮੱਥੇ ਪਹਿਲਾ ਬੰਦਾ ਉਹ ਲੱਗ ਜੇ ਜੋ ਸਾਰਾ ਦਿਨ ਕਿਰਤ ਵਿੱਚ ਰੁੱਝਿਆ ਹੁੰਦਾ ਹੈਗਾ ਤੇ ਤੁਹਾਡਾ ਸਾਰਾ ਦਿਨ ਜਿਹੜਾ ਹੈ ਕਹਿੰਦੇ ਵਧੀਆ ਜਾਂਦਾ ਹੈਗਾ ਕਿ ਇੱਕ ਚੰਗਾ ਕਰਮਾਂ ਵਾਲਾ ਬੰਦਾ ਸਾਡੇ ਮੱਥੇ ਲੱਗਿਆ ਹੈਗਾ। ਇਸ ਦੇ ਉਲਟ ਜੇਕਰ ਸਾਡੇ ਮੱਥੇ ਕੋਈ ਅਜਿਹਾ ਬੰਦਾ ਲੱਗ ਜੇ ਜਿਹਨੂੰ ਵਿਹਲੇ ਰਹਿਣ ਦੀ ਆਦਤ ਹੋਵੇ, ਕੰਮ ਚੋਰ ਹੋਵੇ ਤੇ ਕਹਿੰਦੇ ਤੁਹਾਡੀ ਸਾਰੀ ਦਿਹਾੜੀ ਜਿਹੜੀ ਖੋਟੀ ਹੋਊਗੀ, ਅੱਜ ਕੋਈ ਮਾੜਾ ਬੰਦਾ ਸਾਡੇ ਮੱਥੇ ਲੱਗ ਗਿਆ। ਮਤਲਬ ਕਿਰਤ ਦੀ ਏਡੀ ਕੁ ਮਹਾਨਤਾ ਹੈਗੀ ਹੈ ਕਿ ਇੱਕ ਕਿਰਤੀ ਬੰਦੇ ਦੇ ਜਿਹੜੇ ਮੱਥਾ ਦੇਖਿਆ, ਉਹਦੀ ਸ਼ਕਲ ਵੇਖੀ ਵੀ ਦੂਜੇ ਬੰਦਿਆਂ ਨੂੰ ਇੰਸਪਾਇਰ ਕਰ ਦਿੰਦੀ ਹੈ ਕੰਮ ਕਰਨ ਦੇ ਲਈ। ਇਸ ਤੋਂ ਅੱਗੇ ਵੇਖਦੇ ਹਾਂ ਕਿ ਕਿਰਤ ਨੂੰ ਜਿਹੜਾ ਹੈਗਾ ਸਾਡੇ ਭਾਰਤੀ ਸਮਾਜ ਦੇ ਵਿੱਚ ਵੱਖ-ਵੱਖ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਯਾਨੀ ਕਿ ਅਸੀਂ ਦੇਖਦੇ ਹਾਂ ਕਿ ਭਾਰਤੀ ਸਮਾਜ ਨੂੰ ਖੱਤਰੀ, ਬ੍ਰਾਹਮਣ, ਸੂਦ, ਵੈਸ ਦੇ ਵਿੱਚ ਵੰਡਿਆ ਗਿਆ ਤੇ ਇਹਨਾਂ ਦੀ ਵੱਖ-ਵੱਖ ਤਰੀਕੇ ਦੀ ਕਿਰਤ ਜਿਹੜੀ ਹੈਗੀ ਉਹ ਨਿਰਧਾਰਿਤ ਕੀਤੀ ਗਈ। ਬ੍ਰਾਹਮਣ ਦੀ ਜੋ ਕਿਰਤ ਆਈ ਉਹ ਗਿਆਨ ਦੀ ਆਈ, ਖੱਤਰੀ ਦੀ ਕਿਰਤ ਆਈ ਉਹ ਰਾਜ ਭਾਗ ਦੀ ਲੜਾਈ ਲੜਨ ਦੀ ਆਈ, ਵੈਸ਼ ਦੀ ਕਿਰਤ ਵਪਾਰ ਕਰਨ ਦੀ ਆਈ ਤੇ ਸ਼ੂਦਰ ਦੀ ਕਿਰਤ ਜਿਹੜੀ ਹੈਗੀ ਆ ਉਹ ਸਮਾਜ ਦੇ ਜਿਹੜੇ ਹੇਠਲੇ ਦਰਜੇ ਦੇ ਕੰਮ ਹੈਗੇ ਉਹ ਆਈ। ਤੇ ਸ਼ੂਦਰ ਦੀ ਕਿਰਤ ਨੂੰ ਸਭ ਤੋਂ ਨੀਵਾਂ ਮੰਨਿਆ ਜਾਂਦਾ ਸੀਗਾ। ਤੇ ਗੁਰੂ ਪਾਤਸ਼ਾਹ ਜੀ ਨੇ ਕੀ ਆਖਿਆ? ਭਾਈ ਗੁਰਦਾਸ ਜੀ ਕਹਿੰਦੇ ਆ ਕਿ ਗੁਰੂ ਨਾਨਕ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ, ਚਾਰੇ ਪੈਰ ਧਰਮ ਕੇ ਚਾਰ ਵਰਨ ਇੱਕ ਵਰਨ ਕਰਾਇਆ। ਕਿ ਜਿਹੜੇ ਧਰਮ ਚਾਰ ਪੈਰਾਂ ਦੇ ਉੱਪਰ ਖੜਾ ਸੀਗਾ ਉਹ ਚਾਰੇ ਪੈਰਾਂ ਨੂੰ ਇੱਕ ਪੈਰ ਦੇ ਵਿੱਚ ਤਬਦੀਲ ਕਰਤਾ ਕਿ ਇੱਕ ਮਨੁੱਖ ਦੇ ਵਿੱਚ ਹੀ ਬ੍ਰਾਹਮਣ ਵਾਲੇ ਗੁਣ ਵੀ ਹੈਗੇ, ਖੱਤਰੀ ਵਾਲੇ ਗੁਣ ਵੀ ਹੈਗੇ, ਵੈਸ਼ ਵਾਲੇ ਗੁਣ ਵੀ ਹੈ ਤੇ ਸ਼ੂਦਰ ਵਾਲੇ ਗੁਣ ਵੀ ਹੈ। ਕਿਰਤ ਜਿਹੜੀ ਹੈਗੀ ਹੈ ਉਹ ਆਪਣੇ ਆਪ ਦੇ ਵਿੱਚ ਉੱਚੀ ਤੇ ਸੁੱਚੀ ਹੈ। ਇਹਦੇ ਵਿੱਚ ਅਸੀਂ ਚੰਗੇ ਮਾੜੇ ਦਾ ਫਰਕ ਜਿਹੜਾ ਹੈਗਾ ਅਸੀਂ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੇ ਵਿੱਚ ਕਿਸੇ ਵੀ ਕਿਰਤ ਨੂੰ ਮਾੜਾ ਨਹੀਂ ਕਿਹਾ ਗਿਆ। ਹਾਂ, ਕਿਰਤ ਦੇ ਪਿੱਛੇ ਕੰਮ ਕਰਦੀ ਹੋਈ ਮਾਨਸਿਕਤਾ ਜ਼ਰੂਰ ਗਲਤ ਹੋ ਸਕਦੀ ਹੈਗੀ। ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਕੋਈ ਬੰਦੇ ਚੰਗੇ ਹੀ ਧਰਮ ਦੀ ਕਿਰਤ ਕਰਦੇ ਹੁੰਦੇ ਪਰ ਉਹਦੇ ਪਿੱਛੇ ਜਿਹੜੀ ਹੈ ਮਾਨਸਿਕਤਾ ਮਾੜੀ ਹੁੰਦੀ ਹੈ। ਇੱਕ ਛੋਟੀ ਜਿਹੀ ਸਾਖੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਦਾਸੀਆਂ ਦੇ ਵਿੱਚ ਆਉਂਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਤਲੰਬੇ ਪਹੁੰਚਦੇ ਆ
ਤੇ ਉੱਥੇ ਦਾ ਇੱਕ ਬਹੁਤ ਵੱਡਾ ਕਹਿੰਦੇ ਸੀ ਕਿ ਧਾਰਮਿਕ ਵਿਅਕਤੀ ਸੱਜਣ ਠੱਗ, ਜਿਹਨੇ ਸਰਾਵਾਂ ਬਣਾਈਆਂ ਹੋਈਆਂ ਸੀ ਲੋਕਾਂ ਦੀ ਸੇਵਾ ਦੇ ਲਈ, ਲੋਕਾਂ ਦੀ ਸੇਵਾ ਕਰਦਾ ਸੀਗਾ, ਪਰ ਅਖੀਰ ਦੇ ਵਿੱਚ ਉਹਦਾ ਧੰਦਾ ਕੀ ਸੀਗਾ ਕਿ ਇਸ ਧਰਮ ਦੀ ਆੜ ਦੇ ਵਿੱਚ ਜੋ ਉਹਦੀ ਕਿਰਤ ਸੀ ਲੋਕਾਂ ਨੂੰ ਲੁੱਟਣਾ, ਉਹਨਾਂ ਨੂੰ ਮਾਰਨਾ ਤੇ ਉਹਨਾਂ ਦੇ ਮਾਲ ਦੇ ਉੱਪਰ ਕਬਜ਼ਾ ਕਰਨਾ। ਜਦੋਂ ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲੇ ਜਾਂਦੇ ਨੇ, ਰਾਤ ਕੱਟਦੇ ਨੇ, ਸੱਜਣ ਠੱਗ ਦੇ ਵਿੱਚ ਇੱਕ ਤਮੰਨਾ ਹੈਗੀ ਹੈ ਕਿ ਅਜੇ ਇੱਕ ਚੰਗਾ ਬੰਦਾ ਮੇਰੇ ਕੋਲੇ ਆਇਆ ਹੈ, ਲੁੱਟ ਖੋਹ ਕਰਕੇ ਚੰਗੇ ਪੈਸੇ ਮੈਨੂੰ ਪ੍ਰਾਪਤ ਹੋਣਗੇ। ਜਦੋਂ ਗੁਰੂ ਨਾਨਕ ਪਾਤਸ਼ਾਹ ਸੰਧਿਆ ਵੇਲੇ ਕੀਰਤਨ ਕਰਦੇ ਆ, ਉਜਲ ਕੇਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੇ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜਾ ਕਿਸਨ। ਜਦੋਂ ਗੁਰੂ ਨਾਨਕ ਪਾਤਸ਼ਾਹ ਸ਼ਬਦ ਪੜ੍ਹਦੇ ਹੈ ਤੇ ਸੱਜਣ ਠੱਗ ਨੂੰ ਆਪਣੇ ਅੰਦਰਲੇ ਦਾ ਪਤਾ ਲੱਗਦਾ ਹੈ ਕਿ ਮੈਂ ਉੱਪਰੋਂ ਦਾ ਦੇਖਣ ਨੂੰ ਸੱਜਣ ਲੱਗਦਾ ਕਿ ਮੇਰੀ ਕਿਰਤ ਬਹੁਤ ਵਧੀਆ ਹੈ, ਪਰ ਜਿਹੜਾ ਮੇਰਾ ਅੰਦਰਲਾ ਹੈਗਾ, ਜਿਹੜਾ ਮੇਰਾ ਕਿਰਤ ਪ੍ਰਤੀ ਦ੍ਰਿਸ਼ਟੀਕੋਣ ਹੈਗਾ, ਉਹ ਬਹੁਤ ਗਲਤ ਹੈਗਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨੀ ਪੈ ਕੇ ਆਪਣੀ ਭੁੱਲ ਬਖਸ਼ਾਉਂਦਾ ਹੈ ਤੇ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਇਹ ਜਿਹੇ ਗਲਤ ਕੰਮ ਨਹੀਂ ਕਰੂੰਗਾ। ਉਹੀ ਸੱਜਣ ਠੱਗ ਬਾਅਦ ਦੇ ਵਿੱਚ ਸੱਜਣ ਸੰਤ ਦੇ ਨਾਲ ਮਸ਼ਹੂਰ ਹੁੰਦਾ ਹੈਗਾ। ਅੱਗੇ ਅਸੀਂ ਦੇਖਦੇ ਹਾਂ ਕਿ ਕਿਰਤ ਜਿਹੜੀ ਹੈਗੀ ਹੈ ਉਹ ਸਮਾਜ ਦੇ ਵਿੱਚ ਲਗਾਤਾਰ ਕਿਰਤ ਦੇ ਆਧਾਰ ਤੇ ਡਿਵੈਲਪਮੈਂਟ ਹੋ ਰਹੀ ਹੈ, ਪਰ ਇਸ ਡਿਵੈਲਪਮੈਂਟ ਦੇ ਆਧਾਰ ਤੇ ਸਮਾਜ ਦੇ ਵਿੱਚ ਵਰਟੀਕਲ ਡਿਵੀਜ਼ਨ ਵੀ ਕ੍ਰੀਏਟ ਹੋਈ ਹੈ। ਵਰਟੀਕਲ ਡਿਵੀਜ਼ਨ ਕੀ ਹੈ? ਇੱਕ ਪਾਸੇ ਤਾਂ ਮੁਨਾਫਾਖੋਰ ਸੈਕਸ਼ਨ ਬਣ ਗਿਆ, ਇੱਕ ਪਾਸੇ ਕਿਰਤੀ ਲੋਕਾਂ ਸੈਕਸ਼ਨ ਬਣ ਗਿਆ। ਮੁਨਾਫਾਖੋਰ ਜਾਂ ਜਿਹੜੇ ਸਰਮਾਏਦਾਰ ਨੇ ਉਹ ਰੋਜ਼ ਵੱਧ ਤੋਂ ਵੱਧ ਅਮੀਰ ਹੋ ਰਹੇ ਨੇ, ਜਿਹੜਾ ਕਿਰਤੀ ਸੈਕਸ਼ਨ ਹੈਗਾ ਉਹ ਰੋਜ਼ ਡਾਊਨਫਾਲ ਵੱਲ ਜਾ ਰਿਹਾ ਹੈਗਾ। ਗੁਰੂ ਸਾਹਿਬ ਸਰਮਾਏਦਾਰੀ ਦੇ ਇਸ ਮੁਨਾਫਾਖੋਰੀ ਦੇ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕਰਦੇ ਆ ਤੇ ਕਹਿੰਦੇ ਕਿਰਤ ਸੁੱਚੀ ਹੋਣੀ ਚਾਹੀਦੀ ਹੈ। ਇੱਕ ਛੋਟੀ ਜਿਹੀ ਸਾਖੀ ਹੋਰ, ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰੇ ਜਾਂਦੇ ਨੇ, ਭਾਈ ਲਾਲੋ ਦੇ ਘਰੇ ਜਾ ਕੇ ਨਿਵਾਸ ਕਰਦੇ ਨੇ, ਉਸੇ ਪਿੰਡ ਦਾ ਚੌਧਰੀ ਮਲਕ ਭਾਗੋ ਬ੍ਰਹਮ ਭੋਜ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਦਾ ਆਉਂਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਸੱਦੇ ਨੂੰ ਅਪ੍ਰਵਾਨ ਕਰ ਦਿੰਦੇ ਹੈ ਤੇ ਜਦੋਂ ਭਾਈ ਮਲਕ ਭਾਗੋ ਦੇ ਦੁਆਰੇ ਬੇਨਤੀ ਕੀਤੀ ਜਾਂਦੀ ਹੈ, ਜਾਂਦੇ ਹੈ ਤੇ ਮਲਕ ਭਾਗੋ ਰੋਸਾ ਪ੍ਰਗਟ ਕਰਦਾ ਹੈ ਕਿ ਮੇਰਾ ਬ੍ਰਹਮ ਭੋਜ, ਮੇਰੀ ਉੱਚੀ ਕੁੱਲ, ਤੁਸੀਂ ਇੱਕ ਨੀਵੇਂ ਕੁੱਲ ਵਾਲੇ ਦੇ ਘਰੇ ਜਾ ਕੇ ਸਾਦਾ ਭੋਜਨ ਖਾਂਦੇ ਹੋ ਤੇ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਕਿ ਉਹਦੀ ਰੋਟੀ ਜਿਹੜੀ ਹੈ ਕਿਰਤ ਦੀ ਹੈ ਤੇ ਤੇਰੀ ਰੋਟੀ ਜਿਹੜੀ ਹੈ ਮੁਨਾਫਾਖੋਰੀ ਦੀ ਹੈ। ਤੂੰ ਲੋਕਾਂ ਦਾ ਖੂਨ ਚੂਸ ਕੇ ਧਨ ਦੌਲਤ ਇਕੱਠੀ ਕੀਤੀ ਹੈ, ਜਦਕਿ ਉਹਦੀ ਧਨ ਦੌਲਤ ਦੇ ਵਿੱਚ ਕਿਰਤ ਦੀ ਜਿਹੜੀ ਹੈ ਮਿਠਾਸ ਹੈਗੀ ਹੈ। ਮੇਰੀ ਜਿਹੜੀ ਯਾਰੀ ਹੈਗੀ ਹੈ, ਮੇਰੀ ਜਿਹੜੀ ਦੋਸਤੀ ਹੈਗੀ ਉਹ ਭਾਈ ਲਾਲੂਆਂ ਨਾਲ ਹੈਗੀ ਹੈ, ਉਹ ਮਲਕ ਭਾਗੂਆਂ ਨਾਲ ਨਹੀਂ ਹੈਗੀ। ਮਤਲਬ ਕੀ ਹੈ ਕਿ ਜਿਹੜੇ ਮੁਨਾਫਾਖੋਰੀ ਹੈਗੀ ਹੈ ਉਹਦੀ ਵੀ ਸਖਤ ਤੌਰ ਤੇ ਵਿਰੋਧਤਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਜੀਵਨ ਦੇ ਵਿੱਚ ਕਰਦੇ ਨੇ ਤੇ ਕਿਰਤ ਜਿਹੜੀ ਹੈ ਹੱਦ ਹਲਾਲ ਦੀ ਹੋਣੀ ਚਾਹੀਦੀ ਹੈ। ਜਿੰਨਾ ਕਿ ਸਮਾਜ ਮੁਨਾਫਾਖੋਰੀ ਵਾਲੇ ਸਮਾਜ ਦੇ ਵਿੱਚ ਪਰਿਵਰਤਿਤ ਹੋਊਗਾ, ਸਮਾਜ ਦੇ ਵਿੱਚ ਇੱਕ ਪਾੜਾ ਵੱਧਦਾ ਜਾਊਗਾ, ਅਨਿਆਂ ਵੱਧਦਾ ਜਾਊਗਾ ਤੇ ਜਿਹੜੀ ਨਾ ਬਰਾਬਰਤਾ ਹੈਗੀ ਉਹ ਵੱਧਦੀ ਜਾਊਗੀ। ਜਦੋਂ ਕਿਰਤੀਆਂ ਦੇ ਸਮਾਜ ਦੀ ਸਿਰਜਣਾ ਹੋਊਗੀ, ਇਹਦੇ ਵਿੱਚ ਨਾ ਪਾੜਾ ਹੋਊਗਾ ਤੇ ਨਾ ਹੀ ਨਾ ਬਰਾਬਰਤਾ ਹੋਊਗੀ, ਸਾਰੇ ਲੋਕਾਂ ਨੂੰ ਉਹਨਾਂ ਦਾ ਬੰਦਾ ਜਿਹੜਾ ਹੈਗਾ ਉਹ ਨਿਆਂ ਮਿਲੂਗਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਜਿਹੜਾ ਮਾਇਆਧਾਰੀ ਹੈਗਾ ਨਾ ਉਹ ਅੰਨਾ ਬੋਲਾ ਹੁੰਦਾ, ਉਹਨੂੰ ਕੋਈ ਧਰਮ ਦੀ ਸੋਝੀ ਪ੍ਰਾਪਤ ਨਹੀਂ ਹੋ ਸਕਦੀ। ਮਾਇਆਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਵਿਚੋਲਾ। ਇਹਦੇ ਪਿੱਛੇ ਕਾਰਨ ਕੀ ਹੈਗੀ ਹੈ? ਕਾਰਨ ਕੀ ਹੈਗਾ ਕਿ ਜਿਹੜਾ ਮਾਇਆ ਹੈਗੀ ਹੈ ਉਹ ਇਕੱਠੀ ਕਰਨ ਦੇ ਲਈ ਜਿਹੜੀ ਹੈਗੀ ਉਹ ਪਾਪ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਧਨ ਕਾਰਨ ਘਣੀ ਵਿਗੁੱਤੀ, ਇਸ ਧਨ ਇਸ ਜਰ ਘੜੀ ਖਵਾਈ ਪਾਪਾਂ ਬਾਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਈ। ਕਿ ਧਨ ਦੌਲਤ ਜਿਹੜੀ ਹੈ ਬਿਨਾਂ ਪਾਪਾਂ ਤੋਂ ਇਕੱਠੀ ਨਹੀਂ ਹੁੰਦੀ, ਇਹਨੂੰ ਇਕੱਠੇ ਕਰਨ ਦੇ ਲਈ ਤੁਹਾਨੂੰ ਕਿਰਤੀ ਲੋਕਾਂ ਦਾ ਹੱਕ ਮਾਰਨਾ ਪੈਂਦਾ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜਿਹੜੀ ਹੈਗੀ ਹੈ ਇਹਦੀ ਬੜੀ ਵਿਰੋਧਤਾ ਕਰਦੇ ਹੈਗੇ ਆ। ਗੁਰਬਾਣੀ ਦੇ ਵਿੱਚ ਇੱਕ ਡਾਇਲੋਗ ਆਉਂਦਾ ਹੈ ਭਗਤ ਤਰਲੋਚਨ ਜੀ ਦਾ ਤੇ ਭਗਤ ਨਾਮਦੇਵ ਜੀ ਦਾ, ਹਨਾ। ਭਗਤ ਤਰਲੋਚਨ ਜੀ ਨਾਮਦੇਵ ਜੀ ਨੂੰ ਮਿਲਣ ਵਾਸਤੇ ਜਾਂਦੇ ਆ, ਇਸ ਡਾਇਲੋਗ ਨੂੰ ਰਿਕਾਰਡ ਕਰ ਰਹੇ ਆ ਭਗਤ ਕਬੀਰ ਜੀ ਤੇ ਤਰਲੋਚਨ ਜੀ ਕਹਿੰਦੇ ਆ ਨਾਮਾ ਕਹਿ ਤਰਲੋਚਨਾ ਮੁਖ ਤੇ ਨਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਤਲਬ ਕੀ ਹੈ? ਹੱਥਾਂ ਪੈਰਾਂ ਦੇ ਨਾਲ ਸਾਰੇ ਕੰਮ ਕਰਨੇ ਹੈ, ਪਰ ਕੰਮ ਕਰਦੇ ਹੋਏ ਆਪਣੇ ਚਿੱਤ ਬਿਰਤੀ ਨੂੰ ਜਿਹੜਾ ਹੈ ਉਸ ਅਕਾਲ ਪੁਰਖ ਦੇ ਨਾਲ ਜੋੜ ਕੇ ਰੱਖਣਾ ਹੈਗਾ। ਇਹ ਸਾਡੇ ਧਰਮ ਦੇ ਵਿੱਚ ਜਿਹੜੀ ਹੈ ਕਿਰਤ ਦੀ ਮਹਾਨਤਾ ਹੈਗੀ ਹੈ। ਕਿਰਤ ਸਾਡੇ ਵਿੱਚ ਸਵੈਮਾਨ ਨੂੰ ਪੈਦਾ ਕਰਦੀ ਹੈ, ਸਾਡੇ ਵਿੱਚ ਅਣਖ ਨੂੰ ਪੈਦਾ ਕਰਦੀ ਹੈ, ਸਾਡੇ ਵਿੱਚ ਚੇਤਨ ਨੂੰ ਪੈਦਾ ਕਰਦੀ ਹੈ। ਜਦਕਿ ਵਿਹਲੇ ਲੋਕ ਜਿਹੜੇ ਹੈਗੇ ਆ ਉਹ ਸਮਾਜ ਦੇ ਉੱਪਰ ਇੱਕ ਤਰੀਕੇ ਦਾ ਭਾਰ ਹੁੰਦੇ ਆ। ਕਿਰਤੀ ਬੰਦਾ ਕਦੇ ਵੀ ਬਿਮਾਰ ਨਹੀਂ ਹੁੰਦਾ, ਕਿਰਤੀ ਬੰਦਾ ਕਦੇ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਆਉਂਦਾ, ਕਿਰਤੀ ਬੰਦਾ ਹਮੇਸ਼ਾ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ ਹੈਗਾ ਉਹ ਜਿਉਂਦਾ ਹੈਗਾ। ਇਸੇ ਦੇ ਵਿੱਚ ਜਿਹੜਾ ਅਗਲਾ ਸਿਧਾਂਤ ਹੈਗਾ ਉਹ ਸਿਧਾਂਤ ਹੈਗਾ ਸਾਡਾ ਨਾਮ ਜਪਣ ਦਾ। ਸਿੱਖ ਧਰਮ ਨੂੰ ਪੁੱਤਰ ਨਾਮ ਮਾਰਗ ਵੀ ਕਿਹਾ ਗਿਆ ਹੈ, ਕਿ ਸਿੱਖ ਧਰਮ ਜਿਹੜਾ ਹੈਗਾ ਉਹ ਨਾਮ ਮਾਰਗ ਹੈ।
ਕਿਉਂਕਿ ਨਾਮ ਦੀ ਬਹੁਤ ਪ੍ਰਧਾਨਤਾ ਹੈਗੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ 5000 ਦੇ ਤਕਰੀਬਨ ਜਿਹੜਾ ਹੈਗਾ ਨਾਮ ਸ਼ਬਦ ਦੀ ਵਰਤੋਂ ਸੰਪੂਰਨ ਬਾਣੀ ਦੇ ਵਿੱਚ ਉਹ ਕੀਤੀ ਗਈ ਹੈ। ਗੁਰੂ ਸਾਹਿਬ ਜੀ ਕੀ ਕਹਿੰਦੇ ਆ, ਭਈ ਪ੍ਰਾਪਤ ਮਾਨੁਖ ਦੀ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪਰੀ ਹੈ। ਜੋ ਮਨੁੱਖਾ ਜੀਵਨ ਪ੍ਰਾਪਤ ਹੋਇਆ ਉਹ ਸਾਨੂੰ ਪ੍ਰਾਪਤੀ ਇਸ ਲਈ ਹੋਇਆ ਕਿ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਹੜਾ ਹੈਗਾ ਉਹ ਸਫਲਾ ਕਰ ਸਕੀਏ। ਤੇ ਇਹ ਜਿਹੜਾ ਨਾਮ ਹੈਗਾ ਇਹ ਪਰਮਾਤਮਾ ਦੀ ਹੋਂਦ ਦਾ ਪ੍ਰਤੀਕ ਹੈ। ਅਸੀਂ ਪਰਮਾਤਮਾ ਦੀ ਹੋਂਦ ਨਾਲ ਜੁੜ ਕੇ ਹਮੇਸ਼ਾ ਉਹਨੂੰ ਸਿਮਰਨਾ ਹੈ, ਉਹਨੂੰ ਹਮੇਸ਼ਾ ਚੇਤੇ ਵਿੱਚ ਰੱਖਣਾ ਹੈ। ਇਹ ਸਿਮਰਨ ਜਿਹੜਾ ਹੈਗਾ ਇਹ ਪ੍ਰੇਮ ਪੂਰਵਕ ਸਿਮਰਨ ਹੈ। ਕਿਉਂ? ਕਿਉਂਕਿ 74 ਦਿਸ਼ਾ ਵਿਸਾ ਹੋਏ ਫੈਲਿਆ ਅਨੁਰਾਗ। ਅਨੁਰਾਗ ਮਤਲਬ ਪ੍ਰੇਮ। ਪਰਮਾਤਮਾ ਇਸ ਸ੍ਰਿਸ਼ਟੀ ਵਿੱਚ ਕਿਵੇਂ ਵਸਿਆ ਹੋਇਆ? ਉਹ ਪ੍ਰੇਮ ਦੇ ਰੂਪ ਵਿੱਚ ਵਸਿਆ ਹੋਇਆ ਹੈ। ਜੇਕਰ ਅਸੀਂ ਪਰਮਾਤਮਾ ਨੂੰ ਪ੍ਰੇਮ ਨਾਲ ਯਾਦ ਕਰਾਂਗੇ ਤਾਂ ਅਸੀਂ ਉਸ ਪਰਮਾਤਮਾ ਦੀ ਹਸਤੀ ਨੂੰ ਉਹ ਪ੍ਰਾਪਤ ਕਰ ਸਕਾਂਗੇ। ਗੁਰੂ ਸਾਹਿਬ ਜਦੋਂ ਸਿੱਖ ਦੀ ਪਰਿਭਾਸ਼ਾ ਦਿੰਦੇ ਆ ਉਹ ਕੀ ਕਹਿੰਦੇ ਨੇ? ਗੁਰ ਸਤਿਗੁਰ ਕਾ ਜੋ ਸਿੱਖ ਅਖਾਵੈ ਸੋ ਭਲ ਕੇ ਉਠ ਹਰ ਨਾਮ ਧਿਆਵੇ। ਪਹਿਲੀ ਕੰਡੀਸ਼ਨ ਹੈ ਸਿੱਖ ਘਵਾਉਣ ਦੀ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਖਾਲਸੇ ਦੀ ਪਰਿਭਾਸ਼ਾ ਦਿੰਦੇ ਆ ਉਦੋਂ ਕੀ ਕਹਿੰਦੇ ਆ? ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੇ। ਕਿ ਖਾਲਸਾ ਕੌਣ ਹੈ? ਜੋ ਉਸ ਜਾਗਤ ਜੋਤ ਪ੍ਰਭੂ ਦੀ ਨਾਮ ਨੂੰ ਜਿਹੜਾ ਹੈਗਾ ਉਹ ਸਿਮਰਦਾ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੁੰਦੀ ਹੈ। ਸ਼ੁਰੂਆਤ ਕਿਵੇਂ ਹੈ? ਇੱਕ ਓੰਕਾਰ ਸਤਨਾਮ, ਪਰਮਾਤਮਾ ਦਾ ਨਾਮ ਸਤ ਹੈ। ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਕਿਵੇਂ ਹੁੰਦੀ ਹੈ? ਉਹ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਦੋਵੇਂ ਹੀ ਨਾਮ ਦੇ ਮਾਧਿਅਮ ਰਾਹੀਂ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸ਼ਬਦ ਅਜਿਹਾ ਨਹੀਂ ਹੈਗਾ, ਕੋਈ ਜਿੱਥੇ ਗੁਰੂ ਸਾਹਿਬ ਨੇ ਨਾਮ ਦੀ ਜਿਹੜੀ ਵਰਤੋਂ ਹੈ ਉਹ ਨਾ ਕੀਤੀ ਹੋਵੇ। ਜਦੋਂ ਮਾਤਾ ਪਿਤਾ ਨੇ ਕਿਸੇ ਬੱਚੇ ਨੂੰ, ਆਪਣੇ ਬੱਚੇ ਨੂੰ ਅਸੀਸ ਦੇਣੀ ਹੋਵੇ ਨਾ, ਤੇ ਜੋ ਮਾਤਾ ਪਿਤਾ ਦੀ ਨਜ਼ਰ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਨਾ ਆਪਣੇ ਬੱਚੇ ਦੇ ਲਈ, ਉਹ ਅਸੀਸ ਰੂਪ ਚ ਦਿੰਦਾ ਹੈਗਾ। ਜਦੋਂ ਪੰਜਵੇਂ ਪਾਤਸ਼ਾਹ ਜੀ ਦੇ ਘਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਬਾਣੀ ਵਿੱਚ ਦਰਜ ਹੈ, ਗੁਰੂ ਸਾਹਿਬ ਨੇ ਕੀ ਆਖਿਆ? ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਕੀ ਅਸੀਸ ਦਿੱਤੀ ਗੁਰੂ ਪਾਤਸ਼ਾਹ ਜੀ ਨੂੰ? ਕਿ ਤੈਨੂੰ ਕਦੇ ਨਾਮ ਨਾ ਭੁੱਲੇ। ਗੁਰੂ ਨਾਨਕ ਮਹਾਰਾਜ ਜਿਸ ਤੇ ਤੁਰਦੇ ਸੀਗੇ ਉਹਨੂੰ ਕੀ ਕਹਿੰਦੇ ਸੀ? ਤੈਨੂੰ ਕਰਤਾਰ ਚਿੱਤ ਆਵੇ, ਤੈਨੂੰ ਨਾਮ ਚਿੱਤ ਆਵੇ। ਕਰਤਾਰ ਚਿਤਾਉਣਾ, ਨਾਮ ਚਿਤਾਉਣਾ ਸਭ ਤੋਂ ਵੱਡੀ ਅਸੀਸ ਹੈ ਸਿੱਖ ਧਰਮ ਦੇ ਵਿੱਚ। ਤੇ ਨਾਮ ਦਾ ਭੁੱਲ ਜਾਣਾ ਉਹ ਸਭ ਤੋਂ ਵੱਡੀ ਦੁਰਅਸੀਸ ਹੈ ਸਿੱਖ ਧਰਮ ਦੇ ਵਿੱਚ। ਤੇ ਅਸੀਂ ਜੋ ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਅਸੀਂ ਦੇਖਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਤੇ ਦਾਨਾ ਸਿਰ ਦਾਨ, ਨਾਮ ਦਾਨ। ਸਭ ਤੋਂ ਵੱਡਾ ਦਾਨ ਕਿਹੜਾ ਹੈ ਗੁਰੂ ਸਾਹਿਬ ਨੇ ਦਿੱਤਾ? ਉਹ ਹੈਗਾ ਨਾਮ ਦਾ ਦਾਨ। ਮਤਲਬ ਕੀ ਹੈ? ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਮਹਾਨਤਾ ਪ੍ਰਗਟ ਕੀਤੀ ਗਈ ਹੈ, ਉਹ ਮਹਾਨਤਾ ਜਿਹੜੀ ਹੈਗੀ ਹੈ ਉਹ ਨਾਮ ਦੀ ਮਹਾਨਤਾ ਹੈਗੀ ਹੈ। ਭਾਈ ਵੀਰ ਸਿੰਘ ਜੀ ਵੀ ਕਹਿੰਦੇ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਹੁਣ ਚੜ੍ਹਦੀ ਕਲਾ 'ਚ ਨਿਵਾਸ ਕਿਵੇਂ ਹੋਊਗਾ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਚੜ੍ਹਦੀ ਕਲਾ ਨਾਮ ਤੋਂ ਬਿਨਾ ਪੋਸੀਬਲ ਨਹੀਂ, ਨਾ ਹੀ ਸਰਬੱਤ ਦੇ ਭਲੇ ਦਾ ਸਿਧਾਂਤ ਜਿਹੜਾ ਹੈਗਾ ਉਹ ਬਿਨਾ ਨਾਮ ਤੋਂ ਉਹ ਪੋਸੀਬਲ ਹੈਗਾ। ਗੁਰੂ ਸਾਹਿਬ ਕਹਿੰਦੇ ਕਿ ਨਾਮ ਦੀ ਮਹਾਨਤਾ ਕੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਬਾਣੀ 'ਚ ਕਹਿੰਦੇ ਨੇ ਕਿ ਘੋਰ ਦੁਖਿਅੰਗ ਅਨੇਕ ਹਤਿਅੰਗ ਜਨਮ ਦਾਰਿੰਦਰੰਗ ਮਹਾ ਬਖਿਆਦੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋ। ਕਹਿੰਦੇ ਜਨਮਾਂ ਜਨਮਾਂ ਦੇ ਦੁੱਖ, ਕਲੇਸ਼, ਦਰਿਦਰ, ਵਿਪਦਾਵਾਂ ਨਾਮ ਦੇ ਰਾਹੀਂ ਐ ਭਸਮ ਹੋ ਜਾਂਦੀਆਂ ਨੇ ਜਿਵੇਂ ਇੱਕ ਮਾਚਿਸ ਦੀ ਤਿੱਲੀ ਇੱਕ ਟਨ ਲੱਕੜ ਨੂੰ ਮਿੰਟ 'ਚ ਸੁਆਹ ਕਰਕੇ ਰੱਖ ਦਿੰਦੀ ਹੈਗੀ ਹੈ। ਨਾਮ ਦੇ ਵਿੱਚ ਇੰਨੀ ਮਹਾਨਤਾ ਹੈਗੀ ਹੈ ਕਿ ਜਨਮਾਂ ਜਨਮਾਂ ਦੇ ਦੁੱਖ ਤਵੇ ਤੁਹਾਡੇ ਹੈਗੇ ਆ ਉਹ ਨਾਮ ਦੇ ਰਾਹੀਂ ਕੱਟੇ ਜਾ ਸਕਦੇ ਹਨ। ਗਣਮਿਣ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕੇ। ਨਾਮ ਤੋਂ ਬਿਨਾ ਕੋਈ ਹੋਰ ਵੱਡੀ ਦਾਤ ਜਿਹੜੀ ਹੈਗੀ ਹੈ ਉਹ ਨਹੀਂ ਹੈਗੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਿ ਸਾਰੇ ਧਰਮ ਗ੍ਰੰਥਾਂ ਦੇ ਵਿੱਚ, ਸਾਰੇ ਧਰਮਾਂ ਦੇ ਵਿੱਚ ਜੋ ਮਹਾਨਤਾ ਹੈਗੀ ਹੈ ਉਹ ਮਹਾਨਤਾ ਜਿਹੜੀ ਹੈਗੀ ਉਹ ਨਾਮ ਦੀ ਹੈ। ਤੇ ਨਾਮ ਹੀ ਸ਼੍ਰੋਮਣੀ ਵਸਤੂ ਹੈ ਜਿਹਦੀ ਸਾਨੂੰ ਲੋਚਾ ਜਾਂ ਇੱਛਾ ਉਹ ਕਰਨੀ ਚਾਹੀਦੀ ਹੈ। ਤੇ ਆਖਰੀ ਜਿਹੜਾ ਸਿਧਾਂਤ ਹੈਗਾ ਉਹ ਹੈਗਾ ਵੰਡ ਛਕਣ ਦਾ ਸਿਧਾਂਤ।
ਕਿਸੇ ਵੀ ਸਿਵਲਾਈਜ਼ ਸੁਸਾਇਟੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈਗੀ ਹੈ ਕਿ ਉਸ ਲੋਕਾਂ ਦੇ ਵਿੱਚ ਸਮਾਜ ਦੀ ਵਿੱਚ ਕੰਟਰੀਬਿਊਟ ਕਰਨ ਦੀ ਕਿੰਨੀ ਕੁ ਭਾਵਨਾ ਹੈਗੀ ਹੈ। ਸਿੱਖ ਇਸ ਪੱਖੋਂ ਬਹੁਤ ਵਡਭਾਗੇ ਹਾਂ ਕਿ ਅਸੀਂ ਹਮੇਸ਼ਾ ਸੁਸਾਇਟੀ ਦੀ ਬਿਹਤਰੀ ਲਈ ਅਸੀਂ ਲਗਾਤਾਰ ਕਾਰਜ ਕਰਦੇ ਰਹਿੰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਆ। ਸਿਧਾਂਤ ਕੀ ਹੈ? ਵੰਡ ਕੇ ਛਕਣ ਦਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਰਾਹ ਕਿਉਂ ਲੱਭਦਾ ਹੈਗਾ? ਜੋ ਖੁਦ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਹੈਗਾ ਤੇ ਉਸ ਕਿਰਤ ਕਮਾਈ ਦੇ ਵਿੱਚੋਂ ਅੱਗੇ ਵੰਡ ਕੇ ਛਕਣ ਦਾ ਕੰਮ ਕਰਦਾ ਹੈਗਾ। ਕਿਰਤ ਵਿਰਤ ਕਰ ਧਰਮ ਕੀ, ਹੱਥੋਂ ਦੇ ਕੇ ਭਲਾ ਮਨਾਏ। ਕਿਰਤ ਵਿਰਤ ਕਾਹਦੀ ਕਰਨੀ ਹੈ? ਉਹ ਧਰਮ ਦੀ ਕਰਨੀ ਹੈ ਕਿ ਉਸ ਕਿਰਤ ਵਿਰਤ ਦੇ ਵਿੱਚ ਜੋ ਵੀ ਸਾਡਾ ਉਹ ਹੈਗੀ ਹੈ ਉਹਦੇ ਵਿੱਚੋਂ ਅਸੀਂ ਇੱਕ ਭਾਗ, ਜਿਹਨੂੰ ਸਿੱਖ ਧਰਮ ਦੇ ਵਿੱਚ ਦਸਵੰਧ ਦੀ ਸੰਸਥਾ ਆਖਿਆ ਗਿਆ ਹੈ ਕਿ ਦਸਵੰਧ ਦੇਣਾ ਹਰ ਸਿੱਖ ਲਈ ਲਾਜ਼ਮੀ ਹੈ, ਤਾਂ ਕਿ ਜੇ ਸਾਡੇ ਸੋਸ਼ਲ ਰਿਸਪੌਂਸਿਬਿਲਟੀ ਹੈ ਜਾਂ ਆਪਣੀ ਮਾਇਆ ਨੂੰ ਜੋ ਪਵਿੱਤਰ ਕਰਨ ਦਾ ਤਰੀਕਾ ਹੈਗਾ, ਅਸੀਂ ਆਪਣੀ ਮਾਇਆ ਨੂੰ ਪਵਿੱਤਰ ਕਰਕੇ ਸੋਸ਼ਲ ਰਿਸਪੌਂਸਿਬਿਲਟੀ ਦੇ ਤੌਰ ਤੇ ਅਸੀਂ ਕੁਛ ਨਾ ਕੁਛ ਕੰਟਰੀਬਿਊਟ ਜਿਹੜਾ ਹੈਗਾ ਉਹਦੇ ਵਿੱਚ ਕਰ ਸਕੀਏ। ਗਰੀਬ ਦਾ ਗੁਰੂ ਦੀ ਗੋਲ, ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਗਰੀਬ ਹੈਗਾ, ਗਰੀਬ ਦੀ ਹੈਲਪ ਕਰਨੀ ਉਸੇ ਰੂਪ ਦੇ ਵਿੱਚ ਹੈ ਜਿਵੇਂ ਤੁਸੀਂ ਗੁਰੂ ਦੀ ਗੋਲਕ ਦੇ ਵਿੱਚ ਮਾਇਆ ਜਿਹੜੀ ਹੈਗੀ ਉਹ ਭੇਟ ਕਰਕੇ ਆਉਣੇ ਹੋ। ਲੰਗਰ ਦੀ ਪ੍ਰਥਾ ਵੀ ਸਾਡੀ ਇਸੇ ਗੱਲ ਦੀ ਪ੍ਰਤੀਕ ਹੈਗੀ ਹੈ ਕਿ ਅਸੀਂ ਲਗਾਤਾਰ ਵੰਡ ਕੇ ਛਕਦੇ ਰਹਿਣਾ ਹੈ ਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸੇ ਦੇ ਨਾਲ ਹੀ ਮੈਂ ਆਪਣੇ ਇਸ ਲੈਕਚਰ ਦੀ ਸਮਾਪਤੀ ਕਰੂੰਗਾ। ਬੋਲਦੇ ਹੋਏ, ਗੁਰਬਾਣੀ ਪੜ੍ਹਦੇ ਹੋਏ ਕੁਛ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮੈਂ ਸਭ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद डॉक्टर गुरवीर सिंह जी। बहुत शॉर्ट नोटिस ते इन्हां नूं सदा दिता गया सी, पर जिवें बोले जो कुछ भी बोले मैनूं ऐ लग रहा सी कि ये एक दिन की मेहनत नहीं हो सकता। जिंदगी भर बंदे ने जिहड़ा अनुभव कमाया, इन्हां दा बोलण दा अंदाज ये दस रहा सी, जो बोल रहे सी वो दसदा सी कि वो कोई मतलब अकली ख्याल नहीं हैगा ਜਾਂ ਫੜ ਫੜ ਕੇ ਖਿਆਲ ਇਕੱਠੇ ਨਹੀਂ ਕੀਤੇ। ਜੀਵਨ ਦੇ ਵਿੱਚ ਜਿਹੜਾ ਅਨੁਭਵ ਕਮਾਉਂਦੇ ਆ ਰਹੇ ਆ ਉਹਨਾਂ ਨੂੰ ਹੀ ਸੰਗਠਿਤ ਕਰਕੇ ਜਿਵੇਂ ਜਿਸ ਰੂਪ ਚ ਪੇਸ਼ ਕੀਤਾ ਤੇ ਧਰਮ ਤੇ ਬਾਣੀ ਦੇ ਹਵਾਲੇ ਦੇ ਨਾਲ ਉਹ ਬਾਕਮਾਲ ਸੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਵੀਰ ਸਿੰਘ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜਰਮਨ ਦਾ ਲੇਖਕ ਹੈ ਹਰਮਨ ਹੈਂਸ। ਉਹਦਾ ਇੱਕ ਨਾਵਲ ਹੈ ਸਿਧਾਰਥ। ਉਹ ਕਹਿੰਦਾ ਕਿ ਸਿਧਾਰਥ ਮਹਾਤਮਾ ਬੁੱਧ ਦਾ ਜਿਹੜਾ ਪਹਿਲਾ ਨਾਮ ਸੀ ਉਹ ਵੀ ਸਿਧਾਰਥ ਸੀ, ਤੇ ਜਦੋਂ ਉਹਨਾਂ ਨੇ ਬੁੱਧ ਦਾ ਗਿਆਨ ਹੋ ਗਿਆ ਤਾਂ ਉਹਨਾਂ ਨੂੰ ਇਹ ਵਿਸ਼ੇਸ਼ਣੀ ਨਾਮ ਮਿਲਿਆ ਕਿ ਉਹ ਬੁੱਧ ਹੋ ਗਏ। ਤਾਂ ਮਹਾਤਮਾ ਉਹਨਾਂ ਦੀ ਕਿਰਤ ਜਾਂ ਉਹਨਾਂ ਦੇ ਕੀਤੇ ਕਰਮਾਂ ਦੇ ਮੁਤਾਬਕ ਉਹਨਾਂ ਨੂੰ ਮਹਾਤਮਾ ਸ਼ਬਦ ਦੀ ਉਪਾਧੀ ਤੇ ਨਾਲ ਬੁੱਧ ਦਾ ਗਿਆਨ ਹੋ ਗਿਆ, ਉਹ ਬੁੱਧ ਹੋ ਗਏ ਤੇ ਮਹਾਤਮਾ ਬੁੱਧ ਹੋ ਗਏ। ਹਰਮਨ ਹੈਂਸ ਲਿਖਦਾ ਹੈ ਕਿ ਸਿਧਾਰਥ ਜਦੋਂ ਬੁੱਧ ਹੋ ਗਿਆ ਤਾਂ ਉਹ ਆਪਣੇ ਨਾਵਲ 'ਚ ਪੁੱਛਦਾ ਹੈ ਕਿ ਤੂੰ ਕੀ ਕਰ ਸਕਦਾ ਹੈ। ਤਾਂ ਉਹਦੇ ਜਵਾਬ ਦਾ ਜੋ ਸਿਧਾਰਥ ਨੂੰ ਜਵਾਬ ਦਿੰਦਾ ਹੈ, I can think, I can wait, I can fast। ਮੈਂ ਵਿਚਾਰ ਕਰ ਸਕਦਾ, ਮੈਂ ਇੰਤਜ਼ਾਰ ਕਰ ਸਕਦਾ, ਮੈਂ ਭੁੱਖਾ ਰਹਿ ਸਕਦਾ। ਮੈਨੂੰ ਨਾਵਲ ਪੜ੍ਹਦਿਆਂ ਬਾਬੇ ਦਾ ਇਹ ਸਿਧਾਂਤ ਯਾਦ ਆਇਆ। ਬਾਬਾ ਕਹਿ ਗਿਆ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਉਸ ਸਿਧਾਂਤ ਦੇ ਉਹ ਤਿੰਨ ਚੀਜ਼ਾਂ ਦੇ ਸਾਹਮਣੇ ਜਦੋਂ ਮੈਂ ਇਹਨੂੰ ਰੱਖਿਆ ਤਾਂ ਮੈਨੂੰ ਲੱਗਿਆ ਕਿ ਜਿੱਥੇ ਗੱਲ ਸਿਰਫ ਸੋਚਣ ਤੱਕ ਖੜੀ ਆ, ਬਾਬੇ ਨੇ ਉਹ ਚਿੰਤਨ ਦੇ ਪੱਤਰ ਤੋਂ ਨਾਮ ਦੇ ਮਾਧਿਅਮ ਦੇ ਵਿੱਚੋਂ ਦੀ ਬੰਦੇ ਨੂੰ ਇੱਕ ਸੁਰਤ ਦਾ ਉਹ ਪੜਾ ਦਿੱਤਾ ਜਿਹਦੇ ਵਿੱਚ ਵਿਕਾਸ ਇਸ ਲਾਈਫ ਦੇ ਵਿੱਚ ਤੁਰਿਆ ਵੀ ਖੇੜੇ ਦੇ ਵਿੱਚ ਤੁਰਿਆ ਹੁੰਦਾ ਹੈ। ਇਹੋ ਜਿਹਾ ਕੋਈ ਉਹਦੇ ਵਿੱਚ ਤਰ ਪਈ ਹੋਈ ਹੈ। ਕਿਰਤ ਕਰਨ ਦੇ ਵਿੱਚ ਉਹਨੇ ਉਹਨੂੰ ਉਹਦੇ ਥਿੰਕ ਦੇ ਵਿੱਚ ਹੀ ਸਮੇਟ ਲਿਆ, ਵੇਟ ਦੇ ਵਿੱਚ ਸਮੇਟ ਲਿਆ। ਪਰ ਇੱਥੇ ਕਿਰਤ ਕੱਲਾ ਇੰਤਜ਼ਾਰ ਨਹੀਂ ਹੈ, ਕਿਰਤ ਤੁਹਾਡਾ ਜੀਵਨ ਨਿਰਵਾਹ ਵੀ ਹੈ। ਤੇ ਜਿਵੇਂ ਡਾਕਟਰ ਸਾਹਿਬ ਕਹਿ ਕੇ ਗਏ ਨੇ ਕਿ ਕਿਰਤ ਦਾ ਮਤਲਬ ਛੱਡ ਕੇ ਕਿਰਤ ਰੱਬ ਦੀ ਕਮਾਈ ਨਹੀਂ ਹੈ, ਕੋਈ ਨਾਮ ਦੀ ਕਮਾਈ ਨਹੀਂ ਹੈ। ਨਾਮ ਤੇ ਕਿਰਤ ਨੂੰ ਇਕੱਠੇ ਕਰ ਲਿਆ ਗਿਆ ਤੇ ਬੰਦਾ ਜੀਵਨ ਦੇ ਵਿੱਚ ਰਹਿੰਦਾ ਹੋਇਆ ਹੀ ਉਸ ਆਦਰਸ਼ ਤੱਕ ਪਹੁੰਚ ਸਕਦਾ ਹੈ। ਇਸ ਕਰਕੇ ਉਹਦਾ ਜਿਹੜਾ ਥਿੰਕਰ ਹੈ, ਤੀਸਰਾ ਉਹਦਾ ਕਿ ਮੈਂ ਭੁੱਖਾ ਰਹਿ ਸਕਦਾ। ਮੈਨੂੰ ਬਾਬੇ ਦਾ ਇਹ ਸਿਧਾਂਤ ਯਾਦ ਆਇਆ ਕਿ ਵੰਡ ਛਕੋ
ਤੇ ਵੰਡ ਛਕੋ ਦੇ ਵਿੱਚ ਇਕੱਠੇ ਕਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧੋ ਜਾਈ ਦਾ ਸਿਧਾਂਤ ਕਿ ਸਾਡੇ ਤਾਂ ਭੁੱਖੇ ਰਹਿਣ ਦਾ ਤਾਂ ਕੋਈ ਤੁਕ ਹੀ ਨਹੀਂ ਬਣਦਾ। ਆਪਣੇ ਤਾਂ ਇਹ ਹੈ ਕਿ ਜਿੱਥੇ ਵੀ ਬੈਠੇ ਹਾਂ ਸਭ ਤੋਂ ਪਹਿਲਾਂ ਤੇ ਲੰਗਰ ਲਾ ਲਈਦਾ, ਗੁਰਦੁਆਰਾ ਬਾਅਦ ਚ ਬਣਾਈਦਾ, ਨਾਮ ਬਾਅਦ ਚ ਜਪੀਦਾ, ਪਰ ਸਭ ਤੋਂ ਪਹਿਲਾਂ ਕਿ ਲਓ ਜੀ ਲੰਗਰ ਲੱਗ ਗਿਆ ਤੇ ਆਓ ਜਿਹੜੀ ਸੰਗਤ ਹੋਣੀ ਹੈ। ਹੁਣ ਥੋੜਾ ਜਿਹਾ ਅੱਜ ਦੇ ਕੰਟੈਕਸਟ ਦੇ ਵਿੱਚ ਇਹ ਤਿੰਨ ਗੱਲਾਂ ਦੀ ਬਰੀਕੀ ਵਿਆਖਿਆ ਦੇਵਾਂਗਾ। ਕਿਰਤ ਬੇਟੇ ਟੂਲ ਪੈਦਾ ਕਰਦੀ ਆ। ਸਾਡੀ ਮਾਡਰਨ ਏਜ ਦੇ ਵਿੱਚ ਜਿਹੜਾ ਪੋਲੀਟੀਕਲ ਬੈਲੈਂਸ ਇੰਬੈਲੈਂਸ ਲਗਾਤਾਰ ਚੱਲਦਾ ਹੈ, ਉਹਦੇ ਪਿੱਛੇ ਸਭ ਤੋਂ ਵੱਡੀ ਚੀਜ਼ ਜਿਹੜੀ ਕਾਰਜ ਕਰਦੀ ਹੈ ਕਿ ਟੂਲ ਕਿਹਦੇ ਕੋਲ ਹੈ। ਜਿਹਦੇ ਕੋਲ ਟੂਲ ਹਾਜ਼ਰ ਹੈ ਉਹੀ ਡੋਮੀਨੇਟ ਪਾਵਰ ਹੈ, ਤੇ ਡੋਮੀਨੇਟ ਪਾਵਰ ਟੂਲ ਨਾਲ ਆਉਣੀ ਹੈ, ਟੂਲ ਕਿਰਤ ਨਾਲ ਆਉਂਦਾ ਹੈ। ਤੁਸੀਂ ਦੇਖੋ ਕਿ ਗੁਰੂ ਨਾਨਕ ਸਾਹਿਬ ਤੇ ਦਸਵੇਂ ਪਾਤਸ਼ਾਹ ਦੋਨੇ ਜੀਵਨ ਦੇ ਵਿੱਚ ਦੋ ਸਾਂਝੀਆਂ ਘਟਨਾਵਾਂ ਨੇ, ਦੋ ਵਾਰ ਵਾਪਰਦੀਆਂ, ਇਸ ਕਰਕੇ ਕਲੀਅਰ ਹੈ ਕਿ ਇਹਦੇ ਵਿੱਚ ਸ਼ੱਕ ਨਹੀਂ ਹੋ ਸਕਦਾ। ਜੇ ਇੱਕ ਹੁੰਦੀ ਤਾਂ ਸ਼ੱਕ ਕਰ ਲੈਂਦੇ। ਇੱਕ ਇਹ ਹੈ ਕਿ ਜਦੋਂ ਬਾਬਰ ਭਾਰਤ ਉੱਤੇ ਹਮਲਾ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਬਾਬਰ ਬਾਣੀ ਦੇ ਵਿੱਚੋਂ ਬਾਬਰ ਨੂੰ ਜਵਾਬ ਦਿੰਦੇ ਆ, ਤੇ ਉੱਥੇ ਜਿਹੜੀ ਚੀਜ਼ ਨੂੰ ਉਚਾਰਨ ਦੇ ਤੌਰ ਤੇ ਉੱਤੇ ਸੰਬੋਧਨ ਕਰਦੇ ਆ ਉਹ ਲਾਲੋ ਹੈ, ਤੇ ਲਾਲੋ ਕਿਰਤੀ ਹੈ। ਦੂਸਰਾ ਹੈ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸ਼ਹਾਦਤਾਂ ਹੋਈਆਂ, ਗੁਰੂ ਸਾਹਿਬ ਆਪਣੀ ਚੜ੍ਹਦੀ ਕਲਾ ਦਾ ਸੰਦੇਸ਼ ਔਰੰਗਜ਼ੇਬ ਨੂੰ ਲਿਖਦੇ ਆ ਜ਼ਫਰਨਾਮੇ ਦੇ ਰੂਪ ਦੇ ਵਿੱਚ, ਤੇ ਜ਼ਫਰਨਾਮਾ ਦਾਸੂ ਦੇ ਘਰ ਬਹਿ ਕੇ ਲਿਖਿਆ ਜਾਂਦਾ ਹੈ ਤੇ ਦਾਸੂ ਦੇ ਉੱਤੇ ਆ। ਦੋਨੇ ਇਹ ਘਟਨਾਵਾਂ ਦੱਸਦੀਆਂ ਕਿ ਧਰਤੀ ਦੇ ਉੱਤੇ ਇਤਿਹਾਸ ਦੇ ਵਿੱਚ ਜਦੋਂ ਵੀ ਕੋਈ ਇੰਬੈਲੈਂਸ ਕ੍ਰੀਏਟ ਹੋਵੇਗਾ ਉਹਦਾ ਬੈਲੈਂਸ ਟੂਲ ਕਰੇਗਾ, ਕਿਰਤ ਕਰੇਗਾ। ਵੰਡ ਛਕੋ ਦੇ ਉੱਤੇ ਇਹ ਹੈ ਕਿ ਵੰਡ ਛਕੋ ਦੇ ਵਿੱਚੋਂ ਹੀ ਲੰਗਰ ਨਿਕਲੇਗਾ। ਇਸ ਸਿਧਾਂਤ ਦਾ ਹੀ ਇੱਕ ਪੱਖ ਹੈ ਕਿ ਲੰਗਰ ਹੈ। ਦਸਮੰਦ ਵੀ ਹੈ, ਚਲੋ ਬਾਕੀ ਚੀਜ਼ਾਂ ਮੈਂ ਨਹੀਂ ਜਾਵਾਂਗਾ। ਇੱਕ ਲੰਗਰ ਕੀ ਹੈ? ਤੁਸੀਂ ਕਿਤੇ ਵੀ ਜਾ ਕੇ ਲੰਗਰ ਲਾਉਣੇ ਹੋ ਤੇ ਹਰ ਉਹ ਬੰਦਾ ਜਿਹਨੂੰ ਕਹਿੰਦੇ ਹੋ ਕਿ ਖਾਣੇ ਨੂੰ ਨਹੀਂ ਮਿਲ ਰਿਹਾ, ਜਿਹੜਾ ਭੁੱਖਾ ਹੈ, ਉਹ ਲੰਗਰ ਦੇ ਵਿੱਚ ਆਵੇ, ਲੰਗਰ ਛਕੇ ਤੇ ਆਪਣੀ ਕਿਰਤ ਵਿੱਚ ਚਲਿਆ ਜਾਵੇ। ਸਵਾਲ ਇਹ ਹੈ ਕਿ ਭੁੱਖਾ ਕੌਣ ਆ? ਜਿਹੜਾ ਹਕੂਮਤ ਦਾ ਸਤਾਇਆ ਹੋਇਆ। ਲੰਗਰ ਜੰਗ ਦਾ ਪਹਿਲਾ ਹਥਿਆਰ ਵੀ ਹੈ। ਕੋਈ ਲੋੜ ਨਹੀਂ ਹੈ ਹਥਿਆਰ ਲੈ ਕੇ ਚੱਲਣ ਦੀ ਕਿ ਤੁਸੀਂ ਜਾ ਕੇ ਕਿਸੇ ਤੇ ਹਮਲਾ ਕਰਨਾ ਤਾਂ ਜਿੱਤ ਪ੍ਰਾਪਤ ਹੁੰਦੀ ਆ। ਹਕੂਮਤ ਦੇ ਆਨੰਦ ਭੋਗਣ ਵਾਲੀ ਗਿਣਤੀ ਬਹੁਤ ਥੋੜੀ ਹੁੰਦੀ ਹੈ ਤੇ ਸਤਾਇਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਬਾਬਾ ਕਹਿੰਦਾ ਤੁਸੀਂ ਕੁਝ ਵੀ ਨਹੀਂ ਕਰਨਾ, ਤੁਸੀਂ ਜਾ ਕੇ ਲੰਗਰ ਲਾ ਲਓ। ਹਰ ਉਹ ਹਕੂਮਤ ਦਾ ਸਤਾਇਆ ਹੋਇਆ ਤੇ ਭੁੱਖਾ ਆਦਮੀ ਤੁਹਾਡੇ ਦਰ ਦੇ ਉੱਤੇ ਆਏਗਾ, ਤੁਹਾਡੇ ਰੰਗ 'ਚ ਰੰਗਿਆ ਜਾਊਗਾ। ਜਿੱਤ ਕਿਹਦੀ ਹੈ? ਤੁਹਾਡੀ ਹੈ। ਸਿਰਫ ਇੱਕ ਨਿੱਕੀ ਜਿਹੀ ਉਸ ਐਗਜ਼ਾਮਪਲ ਨੂੰ ਥੋੜਾ ਜਿਹਾ ਦਿੱਲੀ ਦੇ ਕਿਸਾਨੀ ਧਰਨੇ ਨਾਲ ਜੋੜ ਕੇ ਤੁਸੀਂ ਦੇਖ ਸਕਦੇ ਹੋ। ਮੈਂ ਡਿਟੇਲ 'ਚ ਨਹੀਂ ਜਾਵਾਂਗਾ ਕਿ ਕਿਸਾਨ ਉੱਥੇ ਗਏ, ਹਾਲਾਂਕਿ ਉਹ ਕੋਈ ਧਾਰਮਿਕ ਸਮਾਗਮ ਨਹੀਂ ਸੀ, ਕੋਈ ਧਾਰਮਿਕ ਐਜੀਟੇਸ਼ਨ ਨਹੀਂ ਸੀ, ਜਸਟ ਇੱਕ ਸਮਾਜਿਕ ਸੋਸ਼ਲ ਜਾਂ ਇਕਨੋਮਿਕ ਪੱਧਰ ਤੇ ਉੱਠਿਆ ਹੋਇਆ ਐਜੀਟੇਸ਼ਨ ਸੀ। ਉਹਨਾਂ ਨੇ ਜਾ ਕੇ ਸਭ ਤੋਂ ਪਹਿਲਾ ਕੰਮ ਕੀਤਾ ਕਿ ਲੰਗਰ ਲਾਤਾ। ਲੰਗਰ ਲਾਉਣ ਦਾ ਇਹ ਸੀ ਕਿ ਨੇੜੇ ਤੇੜੇ ਜਿੰਨੀਆਂ ਝੁੱਗੀਆਂ ਝੌਪੜੀਆਂ ਵਾਲੇ ਕਿਰਤੀ ਲੋਕ ਸੀ, ਉਹਨਾਂ ਦੇ ਸਾਰਿਆਂ ਦੇ ਬੱਚੇ ਉੱਥੇ ਰੋਜ਼ ਹੀ ਆ ਜਾ ਕਰਨ। ਉਹ ਲੰਗਰ ਜਿਹੜਾ ਉਹਨਾਂ ਨੇ ਕਦੇ ਸੁਪਨਿਆਂ ਵਿੱਚ ਵੀ ਨਹੀਂ ਸੋਚਿਆ, ਉਹੋ ਜਿਹਾ ਲੰਗਰ ਉੱਥੇ ਛਕਣ ਨੂੰ ਮਿਲ ਰਿਹਾ। ਨਤੀਜਾ ਇਹ ਹੋਇਆ ਕਿ ਜਿੱਥੇ ਸਰਕਾਰ ਨੇ ਜ਼ੋਰ ਲਾ ਲਿਆ ਵੀ ਲੋਕ ਇਹਨਾਂ ਦਾ ਵਿਰੋਧ ਕਰਕੇ ਸਾਨੂੰ ਤੰਗ ਕਰਦੇ ਆ, ਉਹ ਕਹਿੰਦੇ ਸਾਨੂੰ ਕਾਹਦੀ ਤੰਗੀ ਹੈ, ਤਾਂ ਸਭ ਹੋਰ ਤਰ੍ਹਾਂ ਬੈਠੇ ਰਹਿਣ, ਸਾਨੂੰ ਚਾਹੀਦਾ। ਇਸ ਕਰਕੇ ਲੰਗਰ ਇੰਨੀ ਕਿ ਜ਼ਿਆਦਾ ਸੱਤਾ ਆਪਣੇ ਹੱਥਾਂ 'ਚ ਪਾਵਰ ਰੱਖਦਾ ਹੈ ਕਿ ਤੁਸੀਂ ਜਿੱਥੇ ਵੀ ਲਾ ਕੇ ਜਾ ਕੇ ਲਾ ਲਓਗੇ, ਹਕੂਮਤ ਦੀ ਬਹੁਤ ਗਿਣਤੀ ਹਕੂਮਤ ਨੂੰ ਛੱਡ ਕੇ ਉਹਨਾਂ ਦੇ ਸਤਾਇਆ ਹੋਣ ਦੀ ਤੁਹਾਡੇ ਨਾਲ ਆਪਣੇ ਆਪ ਹੀ ਜੁੜ ਜੂਗੀ। ਇਹਨੂੰ ਐਜ਼ ਏ ਜੰਗ ਦੇ ਹਥਿਆਰ ਵੀ ਵਰਤਿਆ ਜਾ ਸਕਦਾ ਹੈ। ਇਹ ਜਸਟ ਇੱਕ ਆਈਡੀਆ ਹੈ। ਕਿਰਤ ਕਲੱਬ ਦੇ ਕਨਵੀਨਰ ਡਾਕਟਰ ਦਵਿੰਦਰ ਸਿੰਘ, ਧਰਮ ਅਧਿਆਨ ਦੇ ਮੁਖੀ ਡਾਕਟਰ ਗੁਰਬੀਰ ਸਿੰਘ, ਪ੍ਰੋਫੈਸਰ ਜਗਰੂਪ, ਸੁਖਵਿੰਦਰ, ਫੈਕਲਟੀ ਮੈਂਬਰਸ ਤੇ ਸਾਰੇ ਵਿਦਿਆਰਥੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਡਾਕਟਰ ਗੁਰਬੀਰ ਸਿੰਘ ਹੋਰਾਂ ਦਾ ਇਹ ਭਾਸ਼ਣ, ਇਹ ਲੈਕਚਰ ਸੁਣ ਰਿਹਾ ਸੀ ਤਾਂ ਮੈਨੂੰ ਸੱਚ ਜਾਣਿਓ ਇਹ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਜੇ ਮੈਂ ਰੇਟ ਕਰਨੇ ਹੁਣ ਆਪਣੀ ਲਾਈਫ 'ਚ ਸੁਣੇ ਹੋਏ 2-3-4 ਲੈਕਚਰ, ਇਟ ਇਜ਼ ਵਨ ਆਫ ਦੈਮ। ਸੱਚ ਅ ਵੰਡਰਫੁਲ ਇੰਨਾ ਖੂਬਸੂਰਤ ਤਰੀਕੇ ਦੇ ਵਿੱਚ ਕਿਰਤ ਕਰਨ ਨੂੰ, ਨਾਮ ਜਪਣ ਨੂੰ, ਵੰਡ ਛਕਣ ਨੂੰ ਇਹਨਾਂ ਨੇ
ਬਿਆਨ ਕੀਤਾ, ਇੱਕ ਚੇਤਨਤਾ ਪੈਦਾ ਹੁੰਦੀ ਸੀ, ਚੇਤਨਾ ਪੈਦਾ ਹੁੰਦੀ ਸੀ, ਔਰ ਮਨ ਦੇ ਵਿੱਚ ਇੱਕ ਅਜਿਹਾ ਵਲਵਲਾ ਉੱਠਦਾ ਸੀ ਕਿ ਸੱਚਮੁੱਚ ਕਿੱਡੇ ਵੱਡੇ ਵਿਰਸੇ ਦੇ ਮਾਲਕ ਹਾਂ ਅਸੀਂ। ਤਿੰਨ ਪਰਤੀ ਸਿਧਾਂਤ ਹੀ ਆ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਦੁਨੀਆ ਸਮਾਜਵਾਦ ਦੀ, ਮਾਰਕਸਿਜ਼ਮ ਦੀ ਗੱਲ ਕਰਦੀ ਸੀ, ਉੱਥੇ ਉਹ ਕਿਰਤ ਦੀ ਗੱਲ ਕਰਦੇ ਸੀ, ਉਹ ਡਿਸਟ੍ਰੀਬਿਊਸ਼ਨ ਦੀ ਗੱਲ ਕਰਦੇ ਸੀ। ਪਰ ਗੁਰੂ ਨਾਨਕ ਸਾਹਿਬ ਨੇ ਕਿਰਤ ਨੂੰ ਔਰ ਵੰਡ ਛਕਣ ਨੂੰ ਜਦੋਂ ਉਸ ਵਾਹਿਗੁਰੂ ਦੇ ਨਾਲ ਜੋੜ ਦਿੱਤਾ, ਅਕਾਲ ਪੁਰਖ ਦੇ ਨਾਮ ਨਾਲ ਜੋੜ ਦਿੱਤਾ, ਤਾਂ ਉਹ ਦੋਨੇ ਚੀਜ਼ਾਂ 'ਚ ਸ਼ੁੱਧਤਾ ਆ ਗਈ। ਚੋਰ ਲੁਟੇਰਿਆਂ ਦੀ ਕਮਾਈ ਦੀ ਡਿਸਟ੍ਰੀਬਿਊਸ਼ਨ ਨਹੀਂ ਹੋਣੀ, ਬੇਈਮਾਨ ਮਨ ਨਾਲ ਕਿਰਤ ਨਹੀਂ ਹੋਣੀ। ਤੇ ਕਿਰਤ ਇੰਨਾ ਵੱਡਾ ਸੰਕਲਪ ਬਣ ਗਿਆ। ਕਿਰਤ ਕਹਿੰਦਾ ਇਹ ਨਹੀਂ ਕਿ ਅਸੀਂ ਘਾਹ ਪੱਟ ਲਿਆ ਜਾਂ ਕਈ ਨਾਲ ਕੰਮ ਕਰ ਲਿਆ। ਜੇ ਵਿਦਿਆਰਥੀ ਨੇ ਆਪਣੀ ਪੜ੍ਹਾਈ ਦੇ ਪ੍ਰਤੀ ਸੁਹਿਰਦ ਨੇ, ਇਹ ਵੱਡੀ ਕਿਰਤ ਹੈਗੀ ਆ। ਅਧਿਆਪਕ ਆਪਣੀ ਨੌਕਰੀ ਦੇ ਵਿੱਚ ਕਾਰਜ ਕਰ ਰਿਹਾ, ਉਹਦੀ ਕਿਰਤ ਹੈਗੀ ਆ। ਪ੍ਰਿੰਸੀਪਲ ਆਪਦੀ ਡਿਊਟੀ ਕਰ ਰਿਹਾ, ਉਹਦੀ ਕਿਰਤ। ਮਤਲਬ ਕਿਰਤ ਇੰਨੀ ਕੁ ਵਾਈਡਰ ਕੋਨੋਟੇਸ਼ਨ ਇਸ ਧਰਮ ਦੀ ਹੈਗੀ ਆ। ਅਸੀਂ ਇਹ ਯਕੀਨੀ ਬਣਾਈਏ ਕਿ ਇਹ ਬਾਬਾ ਜਿਹੜਾ ਤੂੰ ਰਾਹ ਦਿਖਾਇਆ ਸੀ, ਕਿ ਅਸੀਂ ਸੱਚਮੁੱਚ ਉਸ ਰਾਹ ਤੇ ਜਾ ਰਹੇ ਹਾਂ, ਕਿ ਸੱਚਮੁੱਚ ਕਿਰਤ ਦਾ ਤੇ ਕਿਰਤੀ ਦਾ ਸਤਿਕਾਰ ਕਰ ਰਹੇ ਹਾਂ, ਕਿ ਸੱਚਮੁੱਚ ਅਸੀਂ ਕਿਰਤੀ ਹਾਂ। ਇਸ ਗੱਲ ਦਾ ਵਿਸ਼ਲੇਸ਼ਣ ਸਾਨੂੰ ਕਰਨਾ ਪਏਗਾ। ਬਹੁਤ ਵਧੀਆ ਗੁਰਬੀਰ ਸਿੰਘ ਹੋਰਾਂ ਨੇ ਗੱਲ ਕਹੀ ਸੀ, ਕਿਰਤ ਕਰਨ ਵਾਲਾ ਵਿਅਕਤੀ ਨਾ ਕਦੇ ਉਦਾਸ ਹੁੰਦਾ, ਨਾ ਥੱਕਦਾ, ਨਾ ਹੰਭਦਾ, ਨਾ ਹਾਰਦਾ, ਨਾ ਟੁੱਟਦਾ। ਉਹ ਹਮੇਸ਼ਾ ਸਕੂਨ ਵਿੱਚ ਰਹਿੰਦਾ, ਖੁਸ਼ ਰਹਿੰਦਾ, ਉਹ ਸੰਤੁਸ਼ਟੀ ਵਿੱਚ ਰਹਿੰਦਾ। ਔਰ ਸੱਚਮੁੱਚ ਜਦੋਂ ਕਿਰਤ ਕਰਕੇ ਬੰਦਾ ਆਇਆ ਹੁੰਦਾ, ਜਿਹੜੀ ਨੀਂਦ ਕਹਿੰਦੇ ਸੀ ਨਾ ਘੋੜੇ ਵੇਚ ਕੇ ਵਾਲੀ, ਉਹ ਘੋੜੇ ਵੇਚ ਕੇ ਸੌਣ ਵਾਲੀ ਨੀਂਦ ਵੀ ਉਸ ਨੂੰ ਆਉਂਦੀ ਆ, ਉਹਨੂੰ ਭੁੱਖ ਵੀ ਲੱਗਦੀ ਆ। ਉਹ ਦੂਜਿਆਂ ਦਾ ਵੀ ਸੋਚੂਗਾ। ਜਿਹੜਾ ਲੁਟੇਰਾ ਹੈ, ਜਿਹੜਾ ਬੇਈਮਾਨ ਹੈ, ਜਿਹੜਾ ਠੱਗ ਹੈ, ਚੋਰ ਹੈ, ਉਹ ਕਦੇ ਵੀ ਨਹੀਂ ਸੋਚ ਸਕਦਾ। ਸੋ ਆਓ ਇਹ ਪ੍ਰਣ ਕਰੀਏ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਜੋ ਸਾਨੂੰ ਇਹ 3 ਕਾਰਡੀਨਲ ਪ੍ਰਿੰਸੀਪਲ ਹੈਗਾ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਸਾਨੂੰ ਇਹ ਤੇ ਚੱਲਣ ਦੀ ਸਮਰੱਥਾ ਬਖਸ਼ੇ। ਔਰ ਅਸੀਂ ਇਹ ਕੋਸ਼ਿਸ਼ ਕਰੀਏ, ਯਤਨ ਕਰੀਏ ਕਿ ਇਸ ਮਾਰਗ ਤੇ ਜਿੰਨਾ ਤੁਰ ਸਕਦੇ ਹਾਂ ਉਹਨਾਂ ਤੁਰੀਏ। ਸੋ ਆਓ ਇਸ ਤਰੀਕੇ ਦਾ ਇੱਕ ਕਾਫਲਾ ਬਣਾਈਏ ਜਿਹਦੇ ਨਾਲ ਅਸੀਂ ਅੱਗੇ ਵਧੀਏ। ਬਹੁਤ ਬਹੁਤ ਧੰਨਵਾਦ। ਗੋਡ ਬਲੈਸ ਯੂ ਆਲ।